थोड़ा जिहा आपां इहनूं धर्म मुक्त रखीए। असीं किसानां दा मसला अगे किसान 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 इहनूं अगे धार्मिक बंदियां ने ते अमृत भी वंडे होए आ। मैं अपने आप नूं विच रख के गल कर रहा कि असीं ते अमृत भी वंडे होए आ। 10-10 तरह के अमृत साडे विच 10-10 तरह की मर्यादा वाले वखरे वखरे छकाए जाते अमृत। इन्हां विच फर्क ये है, ये अपने आप दे सहारे ने, ये किसी दे सहारे नहीं। अद्धे किले वाला भी जिहड़ा बंदा है वो भी इदां करदा है, इदां नहीं करदा। मंगता बिरती नहीं, देण वाला दाता बिरती है जिहड़ी किसानां विच है। जोगराज सिंह होना वांगू जाके उन्होंने कहा ना, कल्ले नाल कल्ला वेख लवे भावें तुहाडीआं बहु बेटियां बचांदे रहे, इदां करदे रहे, स्टेटमेंट दित्ती। थोड़ा जिहा रौला हिंदू भरावां विच पै गया ते अगले दिन उन्हां दी स्टेटमेंट आउंदी है, मैं ते सारी रात सौ नहीं सकिया, मैनूं नींद नहीं आई, क्योंकि जज्बाती हो के इकट्ठ वेख के भीड़ वेख के जयकारे वेख के ਜਿਹੜੀਆਂ स्टेटमेंटां दित्तियां ਜਾਂਦੀਆਂ ने ना भरावो, उन्हां ते खड़ना बड़ा औखा। ਵੱਡਾ मीडिया ਜਿਹੜਾ ਹੈ, ਫਿਰਕੂ मीडिया ਜਿਹੜਾ ਉਹਨਾਂ ਨੂੰ ਤੇ मौका चाहिए। ਪਹਿਲੇ ਹੀ ਕਹੀ ਜਾਂਦੇ ਜੀ ਖਾਲਿਸਤਾਨੀ ਨੇ, ਇਹ ਅੱਤਵਾਦੀ ਨੇ, ਉਹ ਤੇ ਪਹਿਲਾਂ ਹੀ ਅੱਗ ਲਾ ਰਹੇ ਆ ਰੋਜ਼ ਬਈ ਮੈਂ ਦੱਸੋ ਜੀ ਅਸੀਂ ਕਿਸ ਤਰ੍ਹਾਂ ਦਾ ਸਹਿਯੋਗ। ਮੈਂ ਅਜੇ ਗੱਲ ਇੰਨੀ ਹੀ ਪੁੱਛੀ ਹੈ, ਮੈਨੂੰ ਇੱਕੋ ਹੀ ਅੱਗੋਂ ਜਵਾਬ ਦਿੱਤਾ, ਇੱਕ ਬੇਨਤੀ ਕਰੋ ਸੰਗਤ ਨੂੰ। ਮੈਂ ਕਿਹਾ ਜੀ ਕੀ ਪੈਸਾ ਨਾ ਭੇਜੋ। ਕਹਿੰਦੇ ਜੀ ਪੈਸੇ ਕਰਕੇ ਹੀ ਝਗੜੇ ਪੈਦਾ ਹੋਣੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਰੌਲਾ ਪੈਣਾ ਇਸ ਗੱਲ ਦਾ। ਢੱਡਰੀਆਂ ਵਾਲੇ ਦੀ ਇੱਕ ਗੇੜੀ ਦਿੱਲੀ ਦੀ 3 ਕਰੋੜ ਵਿੱਚ ਪੈਣੀ ਸੀ। ਮੈਂ ਕਿਹਾ ਪ੍ਰੀਤਮ ਸਿੰਘ ਗਰੇਵਾਲ ਜੀ $1,00,000 ਤੁਸੀਂ ਭੇਜਣਾ ਚਾਹੁੰਦੇ ਹੋ, ਤੁਸੀਂ ਮੈਨੂੰ ਫੋਨ ਕੀਤਾ ਹੈ ਕਿ ਭਾਈ ਸਾਹਿਬ ਆਪਣੇ ਵੱਲੋਂ ਦੇ ਆਓ, ਉੱਥੇ ਨਗਦ ਦੀ ਤਾਂ ਲੋੜ ਨਹੀਂ ਹੋਣੀ, ਜੇ ਆਪਾਂ ਦਵਾਈਆਂ ਹੀ ਦੇ ਆਈਏ, ਦਵਾਈਆਂ ਦੀ ਲੋੜ ਹੈ, ਹੋਰ ਚੀਜ਼ਾਂ ਦੀ ਲੋੜ ਹੈ। ਕਹਿੰਦੇ ਜੀ ਭਾਈ ਸਾਹਿਬ ਮੈਂ ਤੇ ਪੈਸਾ ਭੇਜਣਾ ਹੈ, $1,00,000 ਚੱਕੋ, 75 ਲੱਖ ਇੰਡੀਆ ਦਾ ਬਣਦਾ ਹੈ ਤੇ ਤੁਸੀਂ ਭਾਵੇਂ ਜਿੱਥੇ ਮਰਜ਼ੀ ਲਾਓ। ਉੱਥੇ ਮੈਂ ਸੋਚਿਆ ਵੀ ਲੁੱਟਦੇ ਨੇ, ਲੁੱਟਣਾ ਚਾਹੁੰਦੇ ਨੇ ਲੋਕ, ਚਾਹੁੰਦੇ ਨੇ ਕਿ ਸਾਨੂੰ ਲੁੱਟੋ। ਅਸੀਂ ਇਮੋਸ਼ਨਲੀ ਜਦੋਂ ਹੋਏ ਹੁੰਦੇ ਆ ਨਾ ਤੇ ਸਾਡੇ ਵਰਗੇ ਲੁਟੇਰੇ ਕੰਨ ਚੁੱਕ ਲੈਂਦੇ ਆ। ਬੱਲੇ ਬੱਲੇ ਆ ਗਿਆ ਮੌਕਾ, ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਇਹ ਰੋਟੀਆਂ ਸੇਕਣਗੇ ਆਪਣੀਆਂ। ਸਿਆਸੀਆਂ ਨੇ ਆਪਣੀਆਂ ਸੇਕਣੀਆਂ ਨੇ ਤੇ ਸਾਡੇ ਵਰਗਿਆਂ ਨੇ ਪੈਸਾ ਕਮਾਉਣਾ, ਰੱਜ ਕੇ ਕਮਾਉਣਾ, ਸਾਲ ਦੀ ਕਮਾਈ ਇਕੱਠੀ ਕਰ ਲੈਣੀ। ਜਿਹੜੇ ਨਿਸ਼ਾਨ ਸਾਹਿਬ ਨਾਲ ਪਿਆਰ ਕਰਨ ਵਾਲੇ ਐ, ਤੁਹਾਨੂੰ ਵੀ ਲੁੱਟਣਾ ਕਿੱਦਾਂ ਇਹਨਾਂ ਨੇ। ਜਜ਼ਬਾਤੀ ਪੀਲੇ ਰੰਗ ਦਾ ਅਸੀਂ ਕਲਗੀਆਂ ਵਾਲੇ ਨਾਲ ਜੋੜ ਕੇ ਵੇਖਦੇ ਆ ਨਾ, ਉਹਨਾਂ ਨੇ ਇਹ ਪਤਾ ਵੀ ਕਲਗੀਆਂ ਵਾਲੇ ਨੂੰ ਪਿਆਰ ਕਰਦੇ ਐ, ਇਹਦਾ ਮਤਲਬ ਨਿਸ਼ਾਨ ਸਾਹਿਬ ਨਾਲ ਵੀ ਪਿਆਰ ਕਰਦੇ ਐ। ਤੇ ਨਾਲ ਹੀ ਉਹਨੇ ਪਾਤਾ ਕਹਿੰਦਾ ਜੀ ਨਿਸ਼ਾਨ ਸਾਹਿਬ ਕੱਲ ਨੂੰ ਮੈਂ 100 ਨਿਸ਼ਾਨ ਸਾਹਿਬ ਦੇਣਾ ਹੈ, ਆਪਣੇ ਵੱਲੋਂ ਫ੍ਰੀ ਵੰਡਿਆ ਜਾਊਗਾ, ਤੇ ਜੇ ਕੋਈ ਹੋਰ ਵੀ ਨਿਸ਼ਾਨ ਸਾਹਿਬ 500 ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਚਾਹੁੰਦਾ ਆ ਮੇਰਾ WhatsApp ਨੰਬਰ ਹੈ। ਹਿਸਾਬ ਲੈਣ ਆਏਗਾ ਕੋਈ। ਹੁਣ ਜਜ਼ਬਾਤੀ ਹੋਏ ਬੰਦੇ ਨੇ, ਕਿਸੇ ਨੇ ਲੱਖ ਪਾਤਾ, 2 ਲੱਖ ਪਾਤਾ, 5 ਲੱਖ ਪਾਤਾ, ਸੁਰਿੰਦਰ ਸਿੰਘ ਵਰਗੇ ਤੋਂ ਕੋਈ ਹਿਸਾਬ ਲੈਣ ਆਏਗਾ। ਜਿੱਥੇ ਇੱਕ ਪਾਸੇ ਕਿਸਾਨ ਅੰਦੋਲਨ ਵਿੱਚ ਪਹੁੰਚ ਕੇ ਹਰ ਕੋਈ ਆਪਣਾ ਸਹਿਯੋਗ ਇਸ ਅੰਦੋਲਨ ਵਿੱਚ ਦੇਣਾ ਚਾਹੁੰਦਾ ਹੈ, ਉੱਥੇ ਹੀ ਆਪਣੇ ਵਿਚਾਰਾਂ ਅਤੇ ਪ੍ਰਵਚਨਾਂ ਨਾਲ ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਵਾਰ ਫਿਰ ਤੋਂ ਆਪਣੇ ਵਿਚਾਰਾਂ ਦੇ ਨਾਲ ਸਵਾਲਾਂ ਦੇ ਘੇਰੇ ਵਿੱਚ ਹਨ। ਕੀ ਕਿਸਾਨੀ ਅੰਦੋਲਨ ਵਿੱਚ ਲੰਗਰਾਂ ਦੀ ਸੇਵਾ ਕਰ ਰਹੇ ਬਾਬੇ ਆਉਣ ਵਾਲੇ ਸਮੇਂ ਲਈ ਪਿੰਡਾਂ ਵਿੱਚੋਂ ਰਾਸ਼ਨ ਅਤੇ ਮਾਇਆ ਇਕੱਠਾ ਕਰਨ ਦਾ ਬੰਦੋਬਸਤ ਕਰ ਰਹੇ ਹਨ? ਕੀ ਸਿਆਸੀ ਪਾਰਟੀਆਂ ਦੀ ਤਰ੍ਹਾਂ ਲੰਗਰਾਂ ਦੀ ਸੇਵਾ ਕਰ ਰਹੇ ਬਾਬੇ ਵੀ ਮਤਲਬ ਦੀਆਂ ਰੋਟੀਆਂ ਸੇਕ ਰਹੇ ਹਨ? ਇਹ ਸਾਰੇ ਸਵਾਲ ਅਸੀਂ ਨਹੀਂ ਕਰ ਰਹੇ, ਬਲਕਿ ਇਹ ਸਵਾਲ ਖੜੇ ਕਰ ਰਹੇ ਹਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ। ਤੁਸੀਂ ਖੁਦ ਹੀ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੈ ਭਾਰਤ ਸਰਕਾਰ ਵੱਲੋਂ ਬਿਨਾਂ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ 3 ਬਿੱਲ ਸੰਸਦ ਵਿੱਚ ਲੈ ਕੇ ਆਂਦੇ। ਕਿਸਾਨੀ ਦੇ ਸਬੰਧ ਵਿੱਚ, ਖੇਤੀ ਦੇ ਸਬੰਧ ਵਿੱਚ ਬਿੱਲ ਲਿਆਂਦੇ ਹੀ ਨਹੀਂ, ਸਗੋਂ ਪਾਸ ਵੀ ਕਰਾ ਲਏ ਗਏ। ਇਸ ਕਾਰਨ ਪੰਜਾਬ ਦੇ ਕਿਸਾਨਾਂ ਵਿੱਚ ਰੋਸ ਪੈਦਾ ਹੋਇਆ। ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ। ਟੋਲ ਪਲਾਜ਼ਿਆਂ ਤੇ ਬੈਠੇ ਲੰਮਾ ਸਮਾਂ ਸੰਘਰਸ਼ ਚੱਲਦਾ ਰਿਹਾ। ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਦੇ ਰਹੇ। ਕੋਈ ਗੱਲ ਨਾ ਬਣਦੀ ਵੇਖ ਕੇ ਫਿਰ ਦਿੱਲੀ ਵੱਲ ਨੂੰ ਕੂਚ ਕਰਨ ਦੀ ਕਾਲ ਦਿੱਤੀ, ਜਿਸ ਵਿੱਚ ਲੱਖਾਂ ਕਿਸਾਨ ਵੀਰ ਭਰਾ ਉਹਦੇ ਵਿੱਚ ਹਾਜ਼ਰ ਹੋਏ ਤੇ ਦਿੱਲੀ ਪਹੁੰਚੇ। ਆਪਾਂ ਸਾਰੇ ਜਾਣਦੇ ਹਾਂ 18-19 ਦਿਨਾਂ ਤੋਂ ਦਿੱਲੀ ਵਿੱਚ ਬੈਠੇ ਹੈ, ਉੱਥੇ ਮੋਰਚਾ ਲੱਗਿਆ ਹੋਇਆ ਤੇ ਨਾਲ ਭਾਰਤ ਦੇ ਵੱਖ-ਵੱਖ ਹਿੱਸਿਆਂ ਚੋਂ ਵੀ ਲੋਕ ਜਿਹੜੇ ਆ ਹੁਣ ਸਹਿਯੋਗ ਦੇ ਰਹੇ ਆ। ਇਸ ਵਿਸ਼ੇ ਤੇ ਥੋੜੀ ਜੀ ਗੱਲ ਕਰ ਲਈਏ। ਨਾਲ
ਆਪਾਂ ਗੱਲ ਕਰਾਂਗੇ ਕਿ ਇਦਾਂ ਦੇ ਜਦੋਂ ਮੁੱਦੇ ਆਉਂਦੇ ਹੈ, ਖਾਸ ਕਰਕੇ ਮੈਨੂੰ ਸੁਣਨ ਵਾਲੇ ਕਿਸ ਤਰ੍ਹਾਂ ਵਿਚਾਰਦੇ ਹੈ, ਮੁੱਦਿਆਂ ਨੂੰ, ਮਸਲਿਆਂ ਨੂੰ ਵੇਖਦੇ ਕਿਸ ਤਰ੍ਹਾਂ ਨੇ, ਇਸ ਵਿਸ਼ੇ ਤੇ ਗੱਲ ਕਰਦੇ ਹਾਂ। ਤੀਸਰੀ ਗੱਲ ਆਪਾਂ ਕਰੀਏ ਕਿ ਕਿਸਾਨਾਂ ਦੇ ਨਾਂ ਤੇ ਹੋ ਰਹੀ ਜਿਹੜੀ ਲੁੱਟ ਹੈ ਉਹ ਵੀ ਬੜੀ ਭਿਆਨਕ ਹੈ। ਉਹ ਲੱਖਾਂ ਦੀ ਨਹੀਂ, ਉਹ ਕਰੋੜਾਂ ਦੀ ਹੈ, ਅਰਬਾਂ ਦੀ ਹੈ। ਇਸ ਵਿਸ਼ੇ ਤੇ ਗੱਲ ਕਰਾਂਗੇ ਤੇ ਨਾਲ ਆਪਾਂ ਗੱਲ ਕਰਾਂਗੇ ਕਿ ਅਸੀਂ ਕਿਸਾਨਾਂ ਨਾਲ ਖੜੀਏ ਕਿਸ ਤਰ੍ਹਾਂ, ਖੜ ਕਿਵੇਂ ਸਕਦੇ ਹਾਂ। ਇਸ ਵਿਸ਼ੇ ਤੇ ਆਪ ਸਾਰਿਆਂ ਨੂੰ ਬੇਨਤੀ ਹੈ, ਵੀਡੀਓ ਪੂਰੀ ਸੁਣਿਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਤੇ ਇਮਾਨਦਾਰੀ ਵਿਖਾਉਂਦਿਆਂ ਹੋਇਆਂ ਸ਼ੇਅਰ ਵੀ ਪੂਰੀ ਕਰਿਓ, ਕੱਟ ਵੱਢ ਨਾ ਕਰਿਓ ਵੀਰੋ, ਕਿਉਂਕਿ ਸੰਦਰਭ ਨਾਲੋਂ, ਕੰਟੈਕਸਟ ਨਾਲੋਂ ਜਦੋਂ ਗੱਲ ਤੋੜ ਦਿੰਦੇ ਆ, ਕਿਹਾ ਕੁਝ ਹੋਰ ਹੁੰਦਾ ਹੈ, ਬਣ ਕੁਝ ਹੋਰ ਜਾਂਦਾ ਹੈ। ਹੁਣ ਆਪਾਂ ਗੱਲ ਕਰੀਏ ਕਿਸਾਨ ਆਗੂਆਂ ਦੀ ਤੇ ਸਾਡੇ ਬੰਦਿਆਂ ਦੀ। ਫਰਕ ਹੈ। ਮੈਂ 4 ਵਾਰੀ ਕਿਸਾਨਾਂ ਦੇ ਬਾਰੇ ਗੱਲ ਕੀਤੀ ਹੈ ਸਟੇਜ ਤੋਂ। ਅਜੇ ਪਟਿਆਲੇ ਹੀ ਧਰਨਾ ਲੱਗਾ ਹੋਇਆ ਸੀ, ਉਦੋਂ ਵੀ ਮੈਂ ਕਿਹਾ ਸੀ ਕਿ ਸਹਿਯੋਗ ਦੇਣਾ, ਪਰ ਸ਼ਾਂਤ ਰਹਿ ਕੇ, ਪਿੱਛੇ ਰਹਿ ਕੇ, ਆਗੂਆਂ ਨੂੰ ਅੱਗੇ ਲੱਗਣ ਦਿਓ। ਉਹ ਬੰਦੇ ਜਾਣਦੇ ਨੇ, ਸਹਿਯੋਗ ਦੇਣਾ ਹੈ, ਬਿਨਾਂ ਸ਼ਰਤ ਨਾਲ ਖੜੋ, ਪਰ ਬਿਨਾਂ ਸ਼ਰਤ। ਇਹ ਬੇਨਤੀ ਮੈਂ ਪਹਿਲਾਂ ਵੀ ਕਰ ਚੁੱਕਿਆ। ਪਰ ਇਹਨਾਂ ਦੇ ਵਿੱਚ ਤੇ ਸਾਡੇ ਵਿੱਚ ਫਰਕ ਹੈ। ਸਾਡੇ ਵਿੱਚ ਤੇ ਵੰਡੀਆਂ ਪਈਆਂ ਹੋਈਆਂ ਨੇ, ਧਾਰਮਿਕ ਬੰਦਿਆਂ ਦੇ ਵਿੱਚ ਅੰਮ੍ਰਿਤ ਵੀ ਵੰਡਿਆ ਹੋਇਆ। ਅਸੀਂ ਲੜਦੇ ਹਾਂ, ਝਗੜਦੇ ਹਾਂ। ਇਹਨਾਂ ਦੇ ਵਿੱਚ ਇਹ ਫਰਕ ਹੈ ਵੀ ਇਹ ਪਿਛਲੇ ਲੰਮੇ ਸਮੇਂ ਤੋਂ ਇਕੱਠੇ ਕੰਮ ਕਰਦੇ ਹੈ। ਠੀਕ ਹੈ, ਮਾੜੀ ਮਾੜੀ ਮਤਭੇਦ ਹੋਏਗਾ, ਪਰ ਮਸਲਿਆਂ ਵੇਲੇ ਇਹ ਇਕੱਠੇ ਹੁੰਦੇ ਆ, ਇਕੱਠੇ ਮੀਟਿੰਗਾਂ ਕਰਦੇ ਆ। ਧਾਰਮਿਕ ਬੰਦਿਆਂ ਨੇ ਤੇ ਅੰਮ੍ਰਿਤ ਵੀ ਵੰਡੇ ਹੋਏ ਆ। ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਗੱਲ ਕਰ ਰਿਹਾ ਕਿ ਅਸੀਂ ਤੇ ਅੰਮ੍ਰਿਤ ਵੀ ਵੰਡੇ ਹੋਏ ਆ। 10-10 ਤਰ੍ਹਾਂ ਦੇ ਅੰਮ੍ਰਿਤ ਸਾਡੇ ਵਿੱਚ, 10-10 ਤਰ੍ਹਾਂ ਦੀ ਮਰਿਆਦਾ ਵਾਲੇ ਵੱਖਰੇ ਵੱਖਰੇ ਛਕਾਏ ਜਾਂਦੇ ਅੰਮ੍ਰਿਤ। ਪਰ ਇਹਨਾਂ ਦੇ ਵਿੱਚ ਫਿਰ ਵੀ ਕਿਤੇ ਨਾ ਕਿਤੇ ਏਕਾ ਹੋ ਜਾਂਦਾ ਹੈ। ਨਾਲ ਲੱਗਿਆਂ ਦਾ, ਵਲੰਟੀਅਰਾਂ ਦਾ ਵੀ ਬੜਾ ਫਰਕ ਹੈ। ਸਾਡੇ ਵਿੱਚ ਬਹੁ ਗਿਣਤੀ ਉਹ ਹੈ ਜਿਨ੍ਹਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ। ਇਹਨਾਂ ਵਿੱਚ ਹੈ ਹੀ ਸਾਰੇ ਕਾਮੇ ਤੇ ਮਿਹਨਤੀ ਲੋਕ ਨੇ। ਸਾਡੇ ਵਿੱਚ ਬਹੁ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਨੇ ਏਦਾਂ ਮੰਗਣਾ ਹੈ, ਕੁਛ ਨਾ ਕੁਛ ਲੋਕਾਂ ਦੇ ਸਹਾਰੇ ਰਹਿਣਾ ਹੈ। ਇਹਨਾਂ ਵਿੱਚ ਫਰਕ ਇਹ ਹੈ, ਇਹ ਆਪਣੇ ਆਪ ਦੇ ਸਹਾਰੇ ਨੇ, ਇਹ ਕਿਸੇ ਦੇ ਸਹਾਰੇ ਨਹੀਂ। ਅੱਧੇ ਕਿੱਲੇ ਵਾਲਾ ਵੀ ਜਿਹੜਾ ਬੰਦਾ ਹੈ ਉਹ ਵੀ ਏਦਾਂ ਕਰਦਾ, ਇੱਧਰ ਵੇਖਿਓ, ਉਹ ਵੀ ਏਦਾਂ ਕਰਦਾ ਹੈ, ਏਦਾਂ ਨਹੀਂ ਕਰਦਾ। ਮੰਗਤਾ ਬਿਰਤੀ ਨਹੀਂ, ਦੇਣ ਵਾਲਾ ਹੈ, ਦਾਤਾ ਬਿਰਤੀ ਹੈ ਜਿਹੜੀ ਕਿਸਾਨਾਂ ਵਿੱਚ ਹੈ। ਇਹ ਕਿਸੇ ਦੇ ਸਹਾਰੇ ਨਹੀਂ, ਇਹ ਆਪਣੇ ਆਪ ਦੇ ਸਹਾਰੇ ਨੇ। ਫਰਕ ਹੈ। ਡਿਸਪਲਿਨ ਵੀ ਹੈ। ਅਸੀਂ ਲੋਕ ਬੜੀ ਛੇਤੀ ਬੋਝ ਬਣਦੇ ਆ, ਜਿਹੜੇ ਸਾਡੇ ਵਾਲਾ ਲਾਣਾ, ਦੂਜੇ ਤੇ ਬੋਝ ਬਣਦੇ ਆ, ਦੂਜੇ ਦੇ ਘਰਾਂ ਵਿੱਚ ਠਹਿਰਦੇ ਆ, ਦੂਜੇ ਸਾਡੇ ਕੱਪੜੇ ਧੋਣ, ਦੂਜੇ ਸਾਨੂੰ ਰੋਟੀ ਖਵਾਉਣ, ਦੂਜੇ ਸਾਡੇ ਹੱਥ ਧਵਾਉਣ, ਦੂਜੇ ਸਾਡਾ ਇਸ਼ਨਾਨ ਕਰਾਉਣ। ਪਰ ਇਹਨਾਂ ਲੋਕਾਂ ਵਿੱਚ ਫਰਕ ਹੈ। ਅੰਦੋਲਨ ਚੱਲ ਰਿਹਾ ਸੀ, ਧਰਨਾ ਚੱਲ ਰਿਹਾ ਸੀ ਪਟਿਆਲੇ ਵਿੱਚ, ਤੇ ਇੱਥੇ ਪਰਮੇਸ਼ਰ ਦੁਆਰ ਦੇ ਅੱਗੋਂ ਲੰਘਦੇ ਆ, ਗੁਰਦੁਆਰਾ ਸਾਹਿਬ ਦੇ, ਇਹਨਾਂ ਨੇ ਪਾਣੀ ਵਾਸਤੇ ਰੁਕਣਾ, ਪਾਣੀ ਪੀ ਲੈਣਾ, ਬਾਥਰੂਮ ਚਲੇ ਜਾਣਾ, ਲੰਗਰ 'ਚ ਨਹੀਂ ਸੀ ਜਾਂਦੇ। ਸਾਡੇ ਬੰਦਿਆਂ ਨਾਲ ਗੱਲ ਹੋਈ ਵੀ ਪ੍ਰਸ਼ਾਦਾ ਛਕ ਲਿਆ ਕਰੋ। ਉਹ ਕਹਿੰਦੇ ਜੀ ਅਸੀਂ ਬੋਝ ਨਹੀਂ ਬਣਨਾ ਚਾਹੁੰਦੇ, ਸਾਡਾ ਇੱਕ ਸਿਸਟਮ ਹੈ, ਸਾਡੀ ਜਥੇਬੰਦੀ ਨੇ ਉੱਥੇ ਲੰਗਰ ਦਾ ਪ੍ਰਬੰਧ ਕੀਤਾ, ਅਸੀਂ ਪਾਣੀ ਪੀ ਲੈਂਦੇ, ਅਸੀਂ ਨਹੀਂ ਤੁਹਾਡੇ ਤੇ ਬੋਝ ਬਣਨਾ ਚਾਹੁੰਦੇ ਕਿ 4-5 ਹਜ਼ਾਰ ਬੰਦਾ ਅਸੀਂ ਰੋਟੀ ਖਾਈਏ, ਸਾਡਾ ਠੀਕ ਚੱਲ ਰਿਹਾ। ਉੱਥੋਂ ਮੈਨੂੰ ਲੱਗਦਾ ਸੀ ਕਿ ਇੱਕ ਡਿਸਪਲਿਨ, ਇੱਕ ਸਿਸਟਮ ਦੇ ਵਿੱਚ ਇਹ ਬੰਦੇ ਜਿਹੜੇ ਨੇ ਚੱਲ ਰਹੇ ਨੇ। ਇਹਨਾਂ ਗੱਲਾਂ ਨੂੰ ਵੇਖ ਕੇ ਬੰਦੇ ਦਾ ਨਾਲ ਤੁਰਨ ਵਾਸਤੇ ਜੀ ਕਰਦਾ ਹੈ। ਆਪੋ ਧਾਪੀਆਂ ਨਹੀਂ, ਖਾਣ ਲਈ ਨਹੀਂ, ਕੁਛ ਕਰਨ ਲਈ ਬੰਦੇ ਤੁਰਦੇ ਹੈ, ਸਹਿਯੋਗ ਦਿੰਦੇ ਹੈ, ਪਿਆਰ ਹੈ। ਚਲੋ ਜੀ, ਗੱਲ ਹੁਣ ਆਪਾਂ ਕਰੀਏ ਕਿ ਸਹਿਯੋਗ ਹੈ ਨਾ, ਜਿਹੜਾ ਸਹਿਯੋਗ ਦੇਣ ਦਾ ਵੀ ਫਰਕ ਹੁੰਦਾ ਹੈ। 4 ਦਫਾ ਗੱਲ ਕੀਤੀ, ਭਾਵੇਂ ਕਿ ਕਈਆਂ ਨੇ ਕਿਹਾ ਭਾਈ ਰਣਜੀਤ ਸਿੰਘ ਨੇ ਕਿਹੜਾ ਕੋਈ ਸਾਥ ਦਿੱਤਾ। ਭਾਈ, ਕਿਵੇਂ ਸਾਥ ਦਿੱਤਾ ਜਾਂਦਾ ਹੈ? ਜੇ ਤੁਸੀਂ ਕਹਿੰਦੇ ਆ ਸਟੇਟਮੈਂਟ ਦੇਣੀ ਹੈ, ਵੱਡੀ ਸਾਰੀ ਸਟੇਟਮੈਂਟ ਦੇਣੀ ਹੈ, ਉਹ ਤੇ ਜੋਗਰਾਜ ਸਿੰਘ ਹੋਣਾ ਵਾਂਗੂ ਜਾ ਕੇ ਉਹਨਾਂ ਨੇ ਕਿਹਾ ਨਾ, ਕੱਲੇ ਨਾਲ ਕੱਲਾ ਵੇਖ ਲਵੇ, ਭਾਵੇਂ ਤੁਹਾਡੀਆਂ ਬਹੁ ਬੇਟੀਆਂ ਬਚਾਉਂਦੇ ਰਹੇ, ਏਦਾਂ ਕਰਦੇ ਰਹੇ, ਸਟੇਟਮੈਂਟ ਦਿੱਤੀ। ਥੋੜਾ ਜਿਹਾ ਰੌਲਾ ਹਿੰਦੂ ਭਰਾਵਾਂ ਵਿੱਚ ਪੈ ਗਿਆ ਤੇ ਅਗਲੇ ਦਿਨ ਉਹਨਾਂ ਦੀ ਸਟੇਟਮੈਂਟ ਆਉਂਦੀ ਹੈ, ਮੈਂ ਤੇ ਸਾਰੀ ਰਾਤ ਸੌਂ ਨਹੀਂ ਸਕਿਆ, ਮੈਨੂੰ ਨੀਂਦ ਨਹੀਂ ਆਈ, ਮੈਂ ਪਰੇਸ਼ਾਨ ਹੋ ਗਿਆ।
ਉਹਨਾਂ ਦੀ ਸਟੇਟਮੈਂਟ ਆਉਂਦੀ ਹੈ, ਮੈਂ ਔਖਾ ਆ, ਮੇਰੇ ਭਰਾ ਨੇ, ਮੈਂ ਸੋਚ ਵੀ ਨਹੀਂ ਸਕਦਾ, ਇੱਕਦਮ ਚੇਂਜ ਹੋ ਗਏ। ਕਿਉਂਕਿ ਜਜ਼ਬਾਤੀ ਹੋ ਕੇ, ਇਕੱਠ ਵੇਖ ਕੇ, ਭੀੜ ਵੇਖ ਕੇ, ਜੈਕਾਰੇ ਵੇਖ ਕੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਨੇ ਨਾ ਭਰਾਵੋ, ਉਹਨਾਂ ਤੇ ਖੜਨਾ ਬੜਾ ਔਖਾ ਹੁੰਦਾ ਹੈ। ਤੇ ਮੈਂ ਹਮੇਸ਼ਾ ਇਹ ਗੱਲ ਕੀਤੀ ਹੈ, ਰੀਅਲ ਬਣੋ, ਓਰੀਜਨਲ ਬਣੋ, ਜੈਨੂਅਨ ਬਣੋ। ਜਿੰਨੀ ਗੱਲ ਕਹੋ ਓਨੀ ਕਰੋ, ਜਾਂ ਜਿੱਦਾਂ ਦੇ ਦਿਸਦੇ ਹੋ ਉਦਾਂ ਦੇ ਬਣੋ, ਜਾਂ ਫਿਰ ਜਿੱਦਾਂ ਦੇ ਹੈਗੇ ਹੋ ਉਦਾਂ ਦੇ ਦਿਸੋ। ਬਹੁਤ ਵਾਰ ਆਪਾਂ ਇਹ ਗੱਲ ਕੀਤੀ ਹੈ, ਜੈਨੂਅਨ ਹੋਣ ਦੀ ਕੋਸ਼ਿਸ਼ ਕਰੋ, ਠੀਕ ਠੀਕ ਗੱਲ ਕਰੋ ਜੋ ਹੈ। 3-4 ਦਫਾ ਬੋਲਿਆ ਕਿ ਭਰਾਵੋ ਆਗੂਆਂ ਦੇ ਮਗਰ ਲੱਗ ਜਿਓ, ਉਹਨਾਂ ਦੀ ਗੱਲ ਸੁਣ ਲਿਓ, ਸਮਝ ਲਿਓ, ਵੱਧ ਨਾ ਕਰਿਓ, ਕਿਉਂਕਿ ਸ਼ਿਕਾਰੀ ਸ਼ਿਕਾਰ ਕਰਨ ਨੂੰ ਫਿਰਦਾ ਹੈ, ਅੱਜ ਵੀ ਫਿਰਦਾ ਹੈ। ਮੈਂ ਅੱਜ ਵੀ ਕਹਿਣਾ ਚਾਹੁੰਦਾ, ਉਹ ਅੱਜ ਵੀ ਤਿਆਰੀ ਵਿੱਚ ਨੇ, ਸ਼ਿਕਾਰ ਕਰਨਾ ਚਾਹੁੰਦੇ ਨੇ। ਆਗੂਆਂ ਦੀ ਜ਼ਿੰਮੇਵਾਰੀ ਹੈ। 19-21 ਗੱਲ ਹੋ ਗਈ ਤੇ ਆਗੂਆਂ ਨੂੰ ਪੁੱਛਿਆ ਜਾਣਾ, ਸਾਡਾ ਮੁੰਡਾ ਤੇਰੇ ਮਗਰ ਤੁਰਿਆ ਸੀ, ਅਸੀਂ ਤੇਰੇ ਮਗਰ ਨਾਲ ਭੇਜਿਆ ਸੀ। ਇਹ ਸਵਾਲ ਆਗੂਆਂ ਤੋਂ ਹੋਣੇ ਨੇ। ਉਹਨਾਂ ਨੂੰ ਅਗਵਾਈ ਕਰਨ ਦਿਓ, ਉਹਨਾਂ ਨੂੰ ਪਿੱਛੇ ਲੱਗਣ ਦਿਓ। ਮੈਂ 3-4 ਦਫਾ ਇਸ ਵਿਸ਼ੇ ਤੇ ਵੱਖਰੇ ਵੱਖਰੇ ਥਾਵਾਂ ਤੇ ਗੱਲ ਕੀਤੀ। ਨਾਲ ਇਹਨਾਂ ਦੇ ਵਲੰਟੀਅਰ ਨੇ ਜਿਹੜੇ ਜਥੇਬੰਦੀਆਂ ਦੇ, ਉਹਨਾਂ ਨਾਲ ਇੱਥੇ ਗੱਲਬਾਤ ਕਰਦਾ ਰਿਹਾ, ਕੀ ਚੱਲ ਰਿਹਾ, ਕਿੱਦਾਂ ਹੋ ਰਿਹਾ। ਪਿਛਲੇ ਦਿਨਾਂ ਵਿੱਚ ਸਰਦਾਰ ਜੋਗਿੰਦਰ ਸਿੰਘ ਹੋਣਾ ਨਾਲ ਵੀ ਮੇਰੀ ਗੱਲ ਹੋਈ। ਇਸੇ ਤਰ੍ਹਾਂ ਸਰਦਾਰ ਬਲਬੀਰ ਸਿੰਘ ਹੋਣੀ ਰਾਜੇਵਾਲ, ਉਹਨਾਂ ਨਾਲ ਵੀ ਮੇਰੀ ਗੱਲ ਹੋਈ। ਉਗਰਾਹਾਂ ਗਰੁੱਪ ਵੀ ਬਹੁਤ ਵੱਡਾ ਹੈ, ਇਧਰਲੇ ਪਾਸੇ ਵੀ ਸਾਰੇ ਰਲ ਕੇ ਸੱਜਣ ਕਰ ਰਹੇ ਨੇ, ਇਹਨਾਂ ਨਾਲ ਵੀ ਮੇਰੀ ਗੱਲ ਹੋਈ। ਦਰਸ਼ਨਪਾਲ ਜੀ ਹੋਣਾ ਦਾ ਮੈਨੂੰ ਫੋਨ ਆਇਆ, ਕੀ ਮੈਂ ਸਹਿਯੋਗ ਦੇ ਸਕਦਾ, ਇਹ ਗੱਲ ਵੀ ਮੈਂ ਕੀਤੀ। ਇਹ ਵੀ ਤੁਹਾਨੂੰ ਨਾਲ ਸਮਝਣਾ ਪੈਣਾ ਹੈ ਕਿ ਜਿਹੜਾ ਸਹਿਯੋਗ ਦੇਣਾ ਹੁੰਦਾ ਨਾ ਜੀ, ਕਿਸੇ ਵੀ ਗਰੁੱਪ ਨੂੰ, ਇੱਕ ਅੰਦੋਲਨ ਛੇੜਿਆ ਕਿਸੇ ਬੰਦੇ ਨੇ, ਕੁਛ ਕਰਨ ਲੱਗੇ ਹੈ, ਉਹਦਾ ਸਹਿਯੋਗ ਦੇਣਾ ਹੁੰਦਾ ਹੈ। ਜਦੋਂ ਸਹਿਯੋਗ ਦੇਣਾ ਹੁੰਦਾ ਹੈ, ਬਿਨਾਂ ਸ਼ਰਤ ਤੁਸੀਂ ਨਾਲ ਖੜ ਜਾਂਦੇ, ਬਿਨਾਂ ਸ਼ਰਤ ਵੀ ਮੈਂ ਤੇਰੇ ਨਾਲ ਖੜਾ ਆ, ਡਿਸੀਜਨ ਤੇਰੇ ਹੋਣਗੇ, ਮੈਨੂੰ ਜਿੱਥੇ ਖੜਾਏਗਾ ਮੈਂ ਖੜਾ। ਇਹ ਇੱਕ ਤਰੀਕਾ ਹੈ। ਏਦਾਂ ਨਹੀਂ, ਜਿਵੇਂ ਮੈਂ ਕੱਲ ਵੇਖ ਰਿਹਾ ਸੀ, ਸਰਦਾਰ ਬਲਵੀਰ ਸਿੰਘ ਹੋਣਾ ਨੇ ਸਟੇਟਮੈਂਟ ਦਿੱਤੀ ਕਿ ਜਿਹੜੇ ਬੰਦਿਆਂ ਨੇ ਨਿਸ਼ਾਨ ਸਾਹਿਬ ਅੱਗੇ ਲਾਏ ਐ, ਉਹ ਥੋੜਾ ਜਿਹਾ ਪਿੱਛੇ ਰਹਿ ਲੈਣ। ਅਸੀਂ ਹਰੀਆਂ ਪੱਗਾਂ ਬੰਨ੍ਹ ਕੇ ਅੱਗੇ ਆਏ ਆ ਤਾਂ ਜੋ ਇਦਾਂ ਲੱਗੇ ਵੀ ਕਿਸਾਨਾਂ ਦਾ ਅੰਦੋਲਨ ਹੈ, ਇਹਨੂੰ ਕਿਸੇ ਗਰੁੱਪ ਨਾਲ ਨਾ ਜੋੜਿਆ ਜਾਵੇ। ਉਹ ਬਹਾਨਾ ਭਾਲਦੇ ਐ, ਵੱਡਾ ਮੀਡੀਆ ਜਿਹੜਾ ਹੈ, ਫਿਰਕੂ ਮੀਡੀਆ ਜਿਹੜਾ ਹੈ, ਉਹਨਾਂ ਨੂੰ ਤੇ ਮੌਕਾ ਚਾਹੀਦਾ। ਇਹ ਨਾ ਹੋਵੇ ਵੀ ਇਹਨੂੰ ਬਹਾਨਾ ਬਣਾ ਲੈਣ, ਪਹਿਲਾਂ ਹੀ ਕਹੀ ਜਾਂਦੇ ਜੀ ਖਾਲਿਸਤਾਨੀ ਨੇ, ਇਹ ਅੱਤਵਾਦੀ ਨੇ, ਉਹ ਤੇ ਪਹਿਲਾਂ ਹੀ ਅੱਗ ਲਾ ਰਹੇ ਆ। ਰੋਜ਼ ਮੀਡੀਆ ਵੇਖੋ, ਰੋਜ਼ ਵੇਖੋ, ਚੈਨਲ ਜਦੋਂ ਚੱਲਦੇ ਨੇ ਸ਼ਾਮ ਨੂੰ ਤੇ ਵੇਖੋ ਉਹ ਕੀ ਕੁਝ ਕਰ ਰਹੇ ਆ। ਤੇ ਠੀਕ ਸੀ ਗੱਲ ਕਿ ਥੋੜਾ ਜਿਹਾ ਆਪਾਂ ਇਹਨੂੰ ਧਰਮ ਮੁਕਤ ਰੱਖੀਏ, ਅਸੀਂ ਕਿਸਾਨਾਂ ਦਾ ਮਸਲਾ ਅੱਗੇ, ਕਿਸਾਨ ਕਿਸਾਨ ਕਿਸਾਨ, ਇਹਨੂੰ ਅੱਗੇ ਰੱਖੀਏ, ਇੰਨੀ ਕੁ ਗੱਲ ਕਹੀ ਹੈ। ਮੈਂ ਨੋਟ ਕਰਦਾ ਸੀ, ਪਰ ਇੱਕਦਮ ਸਾਰਿਆਂ ਨੇ ਰੌਲਾ ਪਾਤਾ, ਇਹ ਜੀ ਗਦਾਰ ਬੰਦਾ ਹੈ, ਇਹ ਜੀ ਕਾਮਰੇਡ ਬੰਦਾ ਹੈ। ਮੈਂ ਨੋਟ ਕਰਦਾ, ਉਹ ਕਹਿੰਦਾ ਕਿ ਮੈਂ 5 ਬਾਣੀਆਂ ਦਾ ਪਾਠ ਕਰਕੇ ਘਰੋਂ ਤੁਰਦਾ, ਮੈਂ ਖੁਦ ਅੰਮ੍ਰਿਤਧਾਰੀ ਸਿੰਘ ਹਾਂ। ਅੰਮ੍ਰਿਤਧਾਰੀ ਸਿੰਘ ਹੈ, ਅੰਮ੍ਰਿਤ ਛਕਿਆ ਹੋਣਾ, ਕਿੱਥੋਂ ਛਕਿਆ ਹੋਣਾ ਇਹ ਵੀ ਦੱਸ ਦੇਣਗੇ। ਤੁਸੀਂ ਕਿਉਂ ਕਾਮਰੇਡ ਹਰ ਇੱਕ ਨੂੰ ਬਣਾ ਦਿੰਦੇ ਆ? ਜੇ ਕੋਈ ਬੰਦਾ ਥੋੜੀ ਜਿਹੀ ਸਿਆਣੀ ਗੱਲ ਕਰੇ, ਸਮਝਦਾਰੀ ਦੀ ਗੱਲ ਕਰੇ। ਤੇ ਜਦੋਂ ਅਸੀਂ ਸਹਿਯੋਗ ਦਿੱਤਾ ਹੈ, ਇੱਕ ਜਥੇਬੰਦੀ ਨੇ ਅੰਦੋਲਨ ਛੇੜਿਆ, ਅਸੀਂ ਨਾਲ ਵਿੱਚ ਗਏ, ਅਸੀਂ ਕਿਹਾ ਜੀ ਹਾਂਜੀ ਦੱਸੋ ਜੀ ਕੀ ਸਹਿਯੋਗ ਦਈਏ। ਉਹਦਾ ਮਤਲਬ ਹੁੰਦਾ ਦੱਸੋ ਕਿੱਥੇ ਖੜਾਓਗੇ, ਮੈਂ ਖੜਾਂਗਾ। ਇੱਥੇ ਕਹੋਗੇ ਇੱਥੇ ਖੜਾ, ਉੱਥੇ ਕਹੋਗੇ ਉੱਥੇ ਖੜਾ, ਘਰ ਕਹੋਗੇ ਘਰ ਚਲਿਆ ਜਾਊਂਗਾ, ਜਦੋਂ ਆਵਾਜ਼ ਮਾਰੋਗੇ ਉਦੋਂ ਮੈਂ ਹਾਜ਼ਰ ਹੋ ਜਾਊਂਗਾ। ਇਹਨੂੰ ਸਹਿਯੋਗ ਕਹਿੰਦੇ ਆ। ਜੇ ਉਹ ਕਹਿਣ ਘਰ ਜਾ, ਅਜੇ ਨਹੀਂ ਲੋੜ, ਲੱਖ ਬੰਦਾ ਚਾਹੀਦਾ, ਲੱਖ ਅਜੇ ਅਗਲੇ ਹਫਤੇ ਆ ਜਿਓ, ਇਹ ਲੱਖ ਵਾਪਸ, ਅਗਲਾ ਲੱਖ ਆ ਜਾਊਗਾ, ਇਹਨੂੰ ਕਹਿੰਦੇ ਨੇ ਸਹਿਯੋਗ ਦੇਣਾ। ਇੰਨੇ ਬੰਦੇ ਅੱਗੇ ਲੱਗਣਗੇ, ਇੰਨੇ ਪਿੱਛੇ ਲੱਗਣਗੇ, ਆਹ ਬੋਲਣਗੇ, ਆਹ ਨਹੀਂ ਬੋਲਣਗੇ, ਆਹ ਚੁੱਪ ਰਹੋ ਸਾਰੇ, ਇਹਨੂੰ ਸਹਿਯੋਗ ਦੇਣਾ ਕਹਿੰਦੇ ਆ। ਇਦਾਂ ਚੱਲਦਾ ਹੁੰਦਾ ਸਿਸਟਮ। ਹੋਇਆ ਕੀ, ਇੰਨੀ ਸਟੇਟਮੈਂਟ ਦਿੱਤੀ, ਪਰ ਰਾਤ ਮਾਂ ਦਿਆਂ ਪੁੱਤਰਾਂ ਨੇ ਮਾਫੀ ਮੰਗਾ ਕੇ ਹਟੇ ਵੀ ਮਾਫੀ ਮੰਗ, ਇਹ ਕਿਉਂ ਕਹਿਤਾ। ਮੈਂ ਸੁਣੇ ਨੇ ਸ਼ਬਦ ਚੰਗੀ ਤਰ੍ਹਾਂ, ਬੜੀ ਰਿਸਪੈਕਟ ਨਾਲ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਸਾਡੀ ਗੁਰੂ ਕੀਆਂ ਲਾਡਲੀਆਂ ਫੌਜਾਂ, ਸਾਡਾ ਵਿਰਸਾ, ਇਹਨਾਂ ਨੂੰ ਬੇਨਤੀ ਹੈ ਵੀ ਅੱਗੇ ਉਹ ਲੱਗੇ ਹੈ ਤੇ ਮੀਡੀਆ ਵਾਲੇ ਉਹਨਾਂ ਨੂੰ ਕਵਰ ਕਰ ਕਰਕੇ ਬਹਾਨਾ ਬਣਾ ਰਹੇ ਹੈ ਵੀ ਆਪਾਂ ਥੋੜਾ ਜਿਹਾ ਸਾਈਡ ਤੇ ਅਜੇ ਕਰ ਲਈਏ, ਪਿੱਛੇ ਚਲੇ ਜਾਓ, ਤਾਂ ਜੋ ਉਹਨਾਂ ਨੂੰ ਮੌਕਾ ਨਾ ਬਣੇ। ਗੱਲ ਸਿਰਫ ਇੰਨੀ ਹੈ। ਪਰ ਸਹਿਯੋਗ ਸਾਡੇ ਪਤਾ ਕਿੱਦਾਂ ਦਿੱਤਾ ਜਾਂਦਾ ਹੈ? ਸਹਿਯੋਗ ਕਰਾਂਗੇ ਪਰ ਸ਼ਰਤਾਂ ਸਾਡੀਆਂ ਹੋਣਗੀਆਂ। ਜੇ ਸਾਨੂੰ ਤੂੰ ਕੁਝ ਕਹੇਗਾ ਫਿਰ ਤੇਰੇ ਵਿਰੁੱਧ ਖੜੇ ਹੋਵਾਂਗੇ। ਆਪੇ ਅਸੀਂ ਆਵਾਂਗੇ, ਆਪੇ ਸਹਿਯੋਗ ਕਰਾਂਗੇ ਤੇ ਜੇ ਤੂੰ ਸਾਡਾ ਵਿਰੋਧ ਕੀਤਾ, ਜੇ ਸਾਨੂੰ ਟੋਕਿਆ, ਫਿਰ ਅਸੀਂ ਤੇਰੇ ਵਿਰੁੱਧ ਚੱਲਾਂਗੇ। ਇਹ ਅਸੀਂ ਲੋਕ ਕਰਦੇ ਹਾਂ ਭਰਾਵੋ। ਸਹਿਯੋਗ ਬਿਨਾਂ ਸ਼ਰਤ ਦੇਈਦਾ ਹੈ, ਭਰੋਸਾ ਕਰੀਦਾ ਵੀ ਲੱਗੇ ਹੋ ਤੇ ਲੱਗੇ ਰਹੋ। ਭਰੋਸਾ ਤੁਹਾਡੇ ਤੇ ਕਰ ਲਿਆ, ਹੁਣ ਜ਼ਿੰਮੇਵਾਰੀ ਤੁਹਾਡੀ ਹੈ, ਨੁਕਸਾਨ ਨਾ ਕੋਈ ਹੋਵੇ। ਧਿਆਨ ਰੱਖਿਓ, ਤੁਹਾਡੇ ਨਾਲ ਖੜੇ ਆ, ਹਾਂ ਚ ਹਾਂ ਮਲਾਈ ਹੈ, ਖੜੇ ਆ, ਬਸ ਖੜੇ ਆ। ਤੇ ਮੈਂ ਜਿਹੜੀ ਗੱਲ ਕਰਦਾ ਨਾ, ਆਪਾਂ ਜਦੋਂ ਇਦਾਂ ਦੇ ਮਸਲੇ ਹੁੰਦੇ ਆ ਤੇ ਸੋਚਣਾ ਕਿਵੇਂ ਹੁੰਦਾ, ਸਮਝਿਓ, ਸਾਰਾ ਮਸਲਾ ਸਮਝਿਓ ਵੀ ਸੋਚਣਾ ਕਿਵੇਂ ਹੁੰਦਾ, ਸਮਝਣਾ ਕਿਵੇਂ ਹੁੰਦਾ। ਮੈਂ ਵੀ ਸਹਿਯੋਗ ਦਿੱਤਾ ਇਸ ਪੂਰੇ ਮਸਲੇ ਦੇ ਵਿੱਚ ਲੰਮੇ ਟਾਈਮ ਤੋਂ, ਪਰ ਬੜੇ ਤਰੀਕੇ ਨਾਲ ਗੱਲ ਕੀਤੀ ਹੈ। 3-4 ਵਾਰੀ ਬੋਲਿਆ, ਅੱਜ ਵੀ ਬੋਲ ਰਿਹਾ, ਗੱਲ ਵੀ ਕਰ ਰਿਹਾ। ਜੋਗਿੰਦਰ ਸਿੰਘ ਉਗਰਾਹਾਂ ਨਾਲ ਵੀ ਮੇਰੀ ਗੱਲ ਹੋਈ, ਸਿਰਫ 2 ਮਿੰਟ। ਮੈਂ ਫੋਨ ਗਿਆ, ਸਾਡੇ ਬੰਦੇ ਬੱਸ ਗਈਆਂ, ਬੱਸ ਲਾਈ, ਉਦਣ ਵੀ ਗਈ, ਕੱਲ ਵੀ ਗਈ, ਪਰਸੋਂ ਵੀ ਗਈ। ਇੱਥੇ ਵੀ ਬੰਦੇ ਆਪਣੇ ਅੰਮ੍ਰਿਤਸਰ ਤੋਂ ਗਏ, ਮੋਗੇ ਤੋਂ ਗਏ। ਕਈ ਦਿਨਾਂ ਤੋਂ ਮੈਨੂੰ ਕਹਿ ਰਹੇ ਭਾਈ ਸਾਹਿਬ ਜਾ ਵੀ ਰਹੇ ਆ, ਬੋਰਡ ਹੀ ਲਾਉਣਾ, ਇੱਕ ਫੱਟਾ ਹੀ ਲਾਉਣਾ ਤੇ ਲਾ ਲੈਣ ਦਿਓ, ਬੈਨਰ ਲਾ ਲਈਏ ਭਾਈ ਰਣਜੀਤ ਸਿੰਘ ਵੱਲੋਂ। ਜਿਹੜੇ ਲੋਕੀ ਗੱਲਾਂ ਕਰਦੇ ਨੇ ਉਹਨਾਂ ਦੇ ਮੂੰਹ ਬੰਦ ਹੋ ਜਾਣਗੇ। ਮੈਂ ਕਿਹਾ ਨਹੀਂ, ਵੀਡੀਓ ਵੀ ਸਾਂਭ ਕੇ ਰੱਖ ਲਓ, ਫੋਟੋਆਂ ਵੀ ਸਾਂਭ ਕੇ ਰੱਖ ਲਓ, ਬਾਅਦ ਚ ਦੱਸਾਂਗੇ। ਅਸੀਂ ਵੀ ਚੱਲ ਰਹੇ ਵਹਿਣ ਦੇ ਵਿੱਚ, ਗੰਗਾ ਦੇ ਵਿੱਚ ਹੱਥ ਧੋਈਏ ਆਪਣੇ। ਅਸੀਂ ਨਾਲ ਖੜੇ ਆ ਕਿ ਸਾਡਾ ਜ਼ੋਰ ਇਹ ਲੱਗਾ ਹੈ ਕਿ ਅਸੀਂ ਕਿਸਾਨਾਂ ਨੂੰ ਆਪਣੇ ਨਾਲ ਖੜਾਉਣਾ ਹੈ। ਸਚਾਈ ਇਹ ਹੈ ਭਰਾਵੋ, ਵਿਦੇਸ਼ਾਂ ਵਿੱਚ ਬੈਠੇ ਪੈਰਾਂ ਤੇ ਖੜੇ ਬੰਦੇ ਤੇ ਨੇ ਕਿਸਾਨਾਂ ਦੇ ਨਾਲ ਖੜੇ ਆ। ਇੰਡੀਆ ਦੇ ਵਿੱਚ ਲੋਕ ਘਰਾਂ ਦੇ ਵਿੱਚ ਬੈਠੇ ਤੇ ਕਿਸਾਨਾਂ ਦੇ ਨਾਲ ਖੜੇ ਆ। ਪਰ ਸਾਡੇ ਵਰਗਾ ਪੁਜਾਰੀ ਲਾਣਾ ਕਿਸਾਨਾਂ ਨਾਲ ਨਹੀਂ ਖੜਾ। ਸਾਡਾ ਸਾਰਿਆਂ ਦਾ ਜ਼ੋਰ ਇਹ ਲੱਗਾ ਹੈ ਕਿ ਕਿਸਾਨ ਸਾਡੇ ਨਾਲ ਖੜਨ। ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਸਾਨੂੰ ਲੋੜ ਹੈ। ਸਾਡੀ ਰੋਜੀ ਰੋਟੀ ਨਹੀਂ ਚੱਲਣੀ, ਸਾਡੇ ਕੱਪੜੇ ਕਿੱਥੋਂ ਆਉਣੇ ਐ, ਸਾਡੇ ਲੰਗਰ ਕਿਵੇਂ ਚੱਲਣੇ ਐ, ਸਾਡੀਆਂ ਬੋਰੀਆਂ ਕਿਵੇਂ ਭਰਨੀਆਂ ਨੇ, ਅਸੀਂ ਢਿੱਡ ਕਿਵੇਂ ਭਰਨੇ ਐ। ਸਾਨੂੰ ਕਿਸਾਨਾਂ ਦੇ ਢਿੱਡਾਂ ਦਾ ਫਿਕਰ ਨਹੀਂ, ਸਾਨੂੰ ਆਪਣੇ ਢਿੱਡਾਂ ਦਾ ਫਿਕਰ ਹੈ। ਦਰਦ ਤੇ ਉਹਨਾਂ ਨੂੰ ਹੈ ਜਿਹੜੇ ਬੈਠੇ ਆਪਣੇ ਪੈਰਾਂ ਤੇ ਖੜੇ ਆ, ਵਿਦੇਸ਼ਾਂ ਦੇ ਵਿੱਚ ਬੈਠੇ ਆ, ਇੰਡੀਆ ਵਿੱਚ ਬੈਠੇ ਆ, ਤੜਫ ਰਹੇ ਆ। ਸਾਡੇ ਵਰਗਿਆਂ ਨੂੰ ਥੋੜਾ ਹੈ, ਸਾਡੇ ਵਰਗਿਆਂ ਨੂੰ ਤੇ ਮਤਲਬ ਹੈ ਆਪਣਾ, ਉਹਦੇ ਲਈ ਬੰਦੇ ਨਾਲ ਤੁਰਦੇ ਆ। ਤੇ ਮੇਰੀ ਗੱਲ ਜੋਗਿੰਦਰ ਸਿੰਘ ਉਗਰਾਹਾਂ ਨਾਲ ਹੋਈ, ਕਰਵਾਈ ਮੇਰੀ ਗੱਲ। ਬੱਸ ਗਈ ਸੀ ਇੱਥੋਂ ਪਰਮੇਸ਼ਰ ਦੁਆਰ ਤੋਂ ਚੱਲੇ, ਉਹਨਾਂ ਨੇ ਮੇਰੀ ਜਾ ਕੇ ਗੱਲ ਕਰਾਤੀ। ਮੈਂ ਕਿਹਾ ਜੀ ਸੁਣਾਓ ਠੀਕ ਠਾਕ ਹੋ? ਹਾਂਜੀ ਚੜ੍ਹਦੀ ਕਲਾ। ਮੈਂ ਕਿਹਾ ਜੀ ਮੈਂ ਵੀ ਆਉਣਾ ਚਾਹੁੰਦਾ ਸੀ। ਕਹਿੰਦੇ ਜੀ ਸਾਨੂੰ ਪਤਾ ਹੈ ਸਾਰਾ, ਕੋਈ ਗੱਲ ਨਹੀਂ। ਹੁਣ ਕਾਰਨ ਬਣਿਆ, ਜਦੋਂ ਧਰਨਾ ਚੱਲ ਰਿਹਾ ਸੀ ਤੇ ਇੱਥੇ ਖਬਰ ਆਈ ਵੀ ਢੱਡਰੀਆਂ ਵਾਲਾ ਵੀ ਚੱਲਿਆ। ਮੈਨੂੰ ਫੋਨ ਆਇਆ ਪ੍ਰਸ਼ਾਸਨ ਵੱਲੋਂ, ਤੁਸੀਂ ਜਾ ਰਹੇ ਹੋ? ਮੈਂ ਕਿਹਾ ਅਜੇ ਤੇ ਨਹੀਂ ਜਾ ਰਿਹਾ, ਸ਼ਾਇਦ ਮੈਂ ਅਗਲੇ ਦਿਨਾਂ 'ਚ ਜਾ ਵੀ ਸਕਦਾ, ਕੋਈ ਵੱਡੀ ਗੱਲ ਵੀ ਨਹੀਂ। ਕਹਿੰਦੇ ਜੀ ਜੇ ਜਾਣਾ ਹੈ ਤੇ ਸਾਨੂੰ ਬਹੁਤ ਸਿਕਿਉਰਿਟੀ ਨਾਲ ਲੈ ਕੇ ਜਾਣੀ ਪੈਣੀ ਹੈ। ਮੈਂ ਕਿਹਾ ਮੈਨੂੰ ਉੱਥੇ ਕਾਹਦਾ ਖਤਰਾ ਹੈ? ਕਹਿੰਦੇ ਖਤਰੇ ਦੀ ਗੱਲ ਨਹੀਂ, ਅਸੀਂ ਤੁਹਾਨੂੰ ਏਦਾਂ ਨਹੀਂ ਭੇਜ ਸਕਦੇ, ਕਿਉਂਕਿ ਉੱਥੇ ਉਹ ਬੰਦੇ ਵੀ ਫਿਰਦੇ ਨੇ ਜਿਹੜੇ ਬੋਰੀ ਵਿੱਚ ਬੰਨ੍ਹ ਕੇ ਮਾਰਨ ਦੀਆਂ ਧਮਕੀਆਂ ਤੁਹਾਨੂੰ ਦਿੰਦੇ ਆ। ਅਸੀਂ ਸ਼ਰੇਆਮ ਏਦਾਂ ਨਹੀਂ ਜਾਣ ਦਿਆਂਗੇ। ਮੈਂ ਸੋਚਿਆ ਵੀ ਚਲੋ ਅਸੀਂ ਇੱਥੇ 500-700 ਬੰਦਾ ਸਿਕਿਉਰਿਟੀ ਦਾ ਲੈ ਕੇ ਜਾਈਏ, ਮਸਲਾ ਕੁਝ ਹੋਰ ਚੱਲਦਾ ਹੈ, ਅਸੀਂ ਆਪਣਾ ਝੱਜੂ ਪਾ ਕੇ ਬਹਿ ਜਾਈਏ ਵਿੱਚ। ਸਹਿਯੋਗ ਹੀ ਦੇਣਾ, ਬੈਕ ਤੋਂ ਰਹਿ ਕੇ ਗੱਲ ਕਰਕੇ ਵੀ ਕਰ ਸਕਦੇ ਹਾਂ, ਕਰੀ ਜਾਵਾਂਗੇ ਨਾਲ। ਉੱਥੇ ਜਿਹੜੀ ਸਟੇਜ ਤੇ ਜਾਈਏ, ਜਿੱਥੇ ਬੋਲੀਏ, ਇਹ ਨਾ ਹੋਵੇ ਕਿ ਕੁਝ ਬੰਦੇ ਜਿਹੜੇ ਮੈਨੂੰ ਲਾਈਕ ਨਹੀਂ ਕਰਦੇ, ਉਹ ਜਿਹੜੀ ਜਥੇਬੰਦੀ ਮੈਨੂੰ ਬੁਲਾਵੇ ਜਿੱਥੇ ਮੈਂ ਖੜਾ ਹੋਵਾਂ, ਕਿਤੇ ਉਹਨਾਂ ਵਾਸਤੇ ਕੋਈ ਪੰਗਾ ਖੜਾ ਕਰ ਦਿਆਂ ਮੈਂ। ਅਸੀਂ ਬੈਕ ਤੇ ਰਹੀਏ। ਮੈਂ ਜੋਗਿੰਦਰ ਸਿੰਘ ਹੁਣਾਂ ਨਾਲ ਸਾਰੀ ਗੱਲ ਕੀਤੀ। ਉਹ ਕਹਿੰਦੇ ਜੀ ਭਾਈ ਸਾਹਿਬ ਸਾਨੂੰ ਪਤਾ ਹੈ, ਤੁਸੀਂ ਫਿਕਰ ਨਾ ਕਰੋ, ਅਸੀਂ ਸਾਰਾ ਕੁਝ ਸਮਝਦੇ ਹਾਂ। ਮੈਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਹੋਣਾ ਨਾਲ ਵੀ ਗੱਲ ਕੀਤੀ। ਹੁਣ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਜਰਾ ਕੁ ਧਿਆਨ ਨਾਲ ਮੇਰਾ ਨੁਕਤਾ ਸਮਝਿਓ। ਇਹਨਾਂ ਦਿਨਾਂ ਦੇ ਵਿੱਚ ਕਿੰਨੇ ਫੋਨ ਆਏ, ਜਜ਼ਬਾਤੀ ਹੋਏ ਆ ਮੈਨੂੰ ਸੁਣਨ ਵਾਲੇ ਵੀ ਜਿਹੜੇ ਆ, ਭਾਵੇਂ
ਭਾਈ ਸਾਹਿਬ ਅਸੀਂ ਇੰਗਲੈਂਡ ਵਾਲਿਆਂ ਨੇ ਕਿਹਾ 50,000 ਪਾਉਂਡ ਇਕੱਠਾ ਕਰਕੇ ਭਾਈ ਸਾਹਿਬ ਤੁਹਾਨੂੰ ਭੇਜਦੇ ਆ, ਆਪਣੇ ਵੱਲੋਂ ਜਾ ਕੇ ਦੇ ਆਓ। ਸਰਦਾਰ ਪ੍ਰੀਤਮ ਸਿੰਘ ਗਰੇਵਾਲ ਅਮਰੀਕਾ ਨਿਵਾਸੀ ਕਹਿੰਦੇ ਜੀ $1,00,000 ਮੈਂ ਦੇਣਾ, ਆਪਣੇ ਵੱਲੋਂ ਦੇ ਆਓ। ਹੁਣ ਕੈਨੇਡਾ ਵਾਲਿਆਂ ਦਾ ਵੀ ਫੋਨ ਆ ਗਿਆ, ਸਿੱਧਾ ਮੈਂ ਹਿਸਾਬ ਲਾਇਆ ਵੀ 2 ਕਰੋੜ ਇੰਡੀਆ ਦਾ ਬਣਦਾ। ਮੈਂ ਹੁਣ ਫੋਨ ਕੀਤਾ ਬਲਬੀਰ ਸਿੰਘ ਰਾਜੇਵਾਲ ਨੂੰ, ਮੈਂ ਕਿਹਾ ਰਾਜੇਵਾਲ ਜੀ ਬਈ ਮੈਂ ਦੱਸੋ ਜੀ ਅਸੀਂ ਕਿਸ ਤਰ੍ਹਾਂ ਦਾ ਸਹਿਯੋਗ, ਮੈਂ ਅਜੇ ਗੱਲ ਇੰਨੀ ਹੀ ਪੁੱਛੀ ਹੈ, ਮੈਨੂੰ ਇੱਕੋ ਹੀ ਅੱਗੋਂ ਜਵਾਬ ਦਿੱਤਾ ਮੇਰੇ ਕਹੇ ਤੋਂ ਬਿਨਾਂ ਕਿ ਭਾਈ ਸਾਹਿਬ ਇੱਕ ਬੇਨਤੀ ਕਰੋ ਸੰਗਤ ਨੂੰ। ਮੈਂ ਕਿਹਾ ਜੀ ਕੀ? ਪੈਸਾ ਨਾ ਭੇਜੋ, ਪੈਸਾ ਨਾ ਭੇਜੋ। ਮੈਂ ਕਿਹਾ ਜੀ ਪੈਸਾ ਕਿਉਂ? ਕਹਿੰਦੇ ਜੀ ਪੈਸੇ ਕਰਕੇ ਹੀ ਝਗੜੇ ਪੈਦਾ ਹੋਣੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਰੌਲਾ ਪੈਣਾ ਇਸ ਗੱਲ ਦਾ, ਤੇ ਤੁਸੀਂ ਸੰਗਤ ਨੂੰ ਇਹ ਮੈਸੇਜ ਦਿਓ ਵੀ ਸਾਨੂੰ ਪੈਸਾ ਨਾ ਭੇਜੋ, ਆਉਣ ਵਾਲੇ ਸਮੇਂ 'ਚ ਲੜਾਈ ਹੋਏਗੀ, ਹਿਸਾਬ ਇੰਨਾ ਹਿਸਾਬ ਰੱਖਣਾ ਔਖਾ ਹੋ ਜਾਣਾ, ਤੁਸੀਂ ਇਹ ਬੇਨਤੀ ਜ਼ਰੂਰ ਕਰੋ। ਮੈਂ ਹੈਰਾਨ ਵੀ ਹੋਇਆ ਤੇ ਮੈਂ ਕਿਤੇ ਨਾ ਕਿਤੇ ਖੁਸ਼ ਵੀ ਹੋਇਆ। ਜਿੱਥੇ ਆਪਣੇ ਧਾਰਮਿਕ ਬੰਦਿਆਂ ਨੂੰ ਵੇਖਦਾ, ਕਿੱਥੇ ਇਹਨਾਂ ਬੰਦਿਆਂ ਨੇ ਕਿਹਾ ਕਿ ਸਾਨੂੰ ਨਹੀਂ ਪੈਸਾ ਚਾਹੀਦਾ, ਭਾਈ ਸਾਹਿਬ ਤੁਸੀਂ ਬੋਲਿਓ। ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਮੈਂ ਹੱਸਦਾ ਵੀ ਸੀ, ਆਪਣੇ ਬੰਦਿਆਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਕਿ ਇਸ ਮਸਲੇ ਵਿੱਚ ਘੱਟ ਤੋਂ ਘੱਟ, ਸੁਣ ਲਿਓ ਸੁਣਨ ਵਾਲਿਓ, ਮੈਨੂੰ ਸੁਣਨ ਵਾਲਿਓ ਜਿਹੜੇ ਕਹਿੰਦੇ ਢੱਡਰੀਆਂ ਵਾਲਾ ਨਹੀਂ ਗਿਆ, ਢੱਡਰੀਆਂ ਵਾਲੇ ਦੀ ਇੱਕ ਗੇੜੀ ਦਿੱਲੀ ਦੀ 3 ਕਰੋੜ ਵਿੱਚ ਪੈਣੀ ਸੀ। ਮੈਂ ਬੈਕ ਕਾਲ ਕੀਤੀ, ਪੁੱਛਣ ਦੇ ਮਾਰੇ ਨੇ, ਜਾਣ ਕੇ ਕੀਤੀ। ਮੈਂ ਕਿਹਾ ਪ੍ਰੀਤਮ ਸਿੰਘ ਗਰੇਵਾਲ ਜੀ $1,00,000 ਤੁਸੀਂ ਭੇਜਣਾ ਚਾਹੁੰਦੇ ਹੋ, ਤੁਸੀਂ ਮੈਨੂੰ ਫੋਨ ਕੀਤਾ ਹੈ ਕਿ ਭਾਈ ਸਾਹਿਬ ਆਪਣੇ ਵੱਲੋਂ ਦੇ ਆਓ, ਉੱਥੇ ਨਗਦ ਦੀ ਤਾਂ ਲੋੜ ਨਹੀਂ ਹੋਣੀ, ਜੇ ਆਪਾਂ ਦਵਾਈਆਂ ਹੀ ਦੇ ਆਈਏ, ਦਵਾਈਆਂ ਦੀ ਲੋੜ ਹੈ, ਹੋਰ ਚੀਜ਼ਾਂ ਦੀ ਲੋੜ ਹੈ। ਕਹਿੰਦੇ ਜੀ ਭਾਈ ਸਾਹਿਬ ਮੈਂ ਤੇ ਪੈਸਾ ਭੇਜਣਾ ਹੈ, $1,00,000 ਚੱਕੋ, 75 ਲੱਖ ਇੰਡੀਆ ਦਾ ਬਣਦਾ ਹੈ, ਤੇ ਤੁਸੀਂ ਭਾਵੇਂ ਜਿੱਥੇ ਮਰਜ਼ੀ ਲਾਓ। ਉੱਥੇ ਫਿਰ ਮੇਰਾ ਮੱਥਾ ਠਣਕਦਾ ਹੈ, ਉੱਥੇ ਮੇਰੇ ਸਮਝ ਗਿਆ ਇਹ ਗੱਲ। ਮੈਂ ਨਾਂ ਲੈ ਕੇ ਤਾਂ ਬੋਲ ਰਿਹਾ ਭਰਾਵੋ, ਨਾ ਮੈਂ ਤਾਂ ਲਿਆ ਕਿ ਕੋਈ ਸ਼ੱਕ ਨਾ ਰਹਿ ਜਾਏ। ਉੱਥੇ ਮੈਂ ਸੋਚਿਆ ਵੀ ਲੁੱਟਦੇ ਨੇ, ਲੁੱਟਣਾ ਚਾਹੁੰਦੇ ਨੇ ਲੋਕ, ਚਾਹੁੰਦੇ ਨੇ ਕਿ ਸਾਨੂੰ ਲੁੱਟੋ। ਅਸੀਂ ਇਮੋਸ਼ਨਲੀ ਜਦੋਂ ਹੋਏ ਹੁੰਨੇ ਆ ਨਾ, ਤੇ ਸਾਡੇ ਵਰਗੇ ਲੁਟੇਰੇ ਕੰਨ ਚੁੱਕ ਲੈਂਦੇ ਆ, ਬੱਲੇ 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 ਆ ਗਿਆ ਮੌਕਾ। ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੇ ਇਹ ਰੋਟੀਆਂ ਸੇਕਣਗੇ ਆਪਣੀਆਂ, ਸਿਆਸੀਆਂ ਨੇ ਆਪਣੀਆਂ ਸੇਕਣੀਆਂ ਨੇ, ਤੇ ਸਾਡੇ ਵਰਗਿਆਂ ਨੇ ਪੈਸਾ ਕਮਾਉਣਾ ਹੈ, ਰੱਜ ਕੇ ਕਮਾਉਣਾ ਹੈ, ਸਾਲ ਦੀ ਕਮਾਈ ਇਕੱਠੀ ਕਰ ਲੈਣੀ ਹੈ। ਤੁਸੀਂ ਕਹਿੰਦੇ ਆ ਢੱਡਰੀਆਂ ਵਾਲਾ ਨਹੀਂ ਗਿਆ, ਪਾਗਲ ਹੈ ਢੱਡਰੀਆਂ ਵਾਲਾ, ਪਰ ਚੱਲਦੀ ਗੰਗਾ ਦੇ ਵਿੱਚ ਹੱਥ ਨਹੀਂ ਧੋਣਾ ਚਾਹੁੰਦਾ। ਸਹੀ ਤਰੀਕੇ ਨਾਲ ਸਹਿਯੋਗ ਦੇਣ ਦੀ ਗੱਲ ਕਰਦਾ, ਮੈਂ ਸਹੀ ਢੰਗ ਨਾਲ ਸਹਿਯੋਗ ਦੇਣ ਦੀ ਗੱਲ ਕਰਦਾ। ਸਹਿਯੋਗ ਹੋਵੇ ਪਰ ਤਰੀਕਾ ਸਹੀ ਹੋਵੇ। ਇਹ ਤੇ ਲੁੱਟ ਹੈ। ਸਿੱਧਾ ਅੱਜ ਮੇਰੇ ਤੋਂ ਜੇ ਨਾ ਤੁਸੀਂ ਨੋਟ ਕਰ ਲਓ ਤੇ 2 ਕਰੋੜ ਸਿੱਧਾ, ਤੇ ਜੇ ਮੈਂ ਤੁਰਨ ਲੱਗਦਾ ਮੈਂ ਜਾਂਦੇ ਨੇ 100 ਫੋਨ ਕਰ ਦੇਣਾ ਸੀ, ਜਾ ਰਿਹਾ ਜੀ, ਲੱਖ ਮੇਰਾ। ਜਜ਼ਬਾਤੀ ਹੋਏ ਬੰਦਾ ਯਾਰ ਖਾਲੀ ਕਰ ਦਿੰਦਾ ਜੇਬ ਆਪਣੀ, ਕਰਾ ਲੈਂਦਾ ਪੈਸਾ ਇਕੱਠਾ, 3 ਕਰੋੜ ਰੁਪਈਆ ਇਕੱਠਾ ਕਰਦਾ, ਤੇ 10 ਲੱਖ ਦੇ ਐਡੇ ਡੱਬੇ ਸਟੀਮ ਦੇਣੀ ਹੈ ਜੀ, ਆਹ ਕਰਨਾ ਹੈ ਜੀ, BP ਵਾਲੀਆਂ ਮਸ਼ੀਨਾਂ, 10-15 ਲੱਖ ਰੁਪਈਏ ਦੇ ਐਡੇ ਡੱਬੇ, ਟਰੱਕ ਭਰ ਕੇ, ਇੱਥੋਂ ਵੀਡੀਓ ਬਣਦੀ, ਟਰੱਕ ਭਰ ਕੇ ਜਾ ਰਿਹਾ ਜੀ ਦਵਾਈਆਂ ਦਾ, ਟਰੱਕ ਭਰ ਕੇ ਰਾਸ਼ਨ ਦਾ। 5000 ਬੰਦੇ ਦੀ ਰੋਟੀ ਰੋਜ਼ ਬਣਾਉਂਦੇ ਆ ਜੀ ਅਸੀਂ, ਇੱਕ ਦਿਨ ਦਾ 5000 ਭਰ ਕੇ, ਵੱਡੇ 5-7 ਬੋਰੀਆਂ ਕਣਕ ਦੀਆਂ, 5-7 ਬੋਰੀਆਂ ਆਟੇ ਦੀਆਂ, 5-7 ਬੋਰੀਆਂ ਖੰਡ ਦੀਆਂ, ਗੁੜ ਇਕੱਠਾ ਕਰਕੇ, ਚਾਹ ਪੱਤੀਆਂ, ਇੱਕ ਟਰੱਕ ਰਾਸ਼ਨ ਦਾ ਚਲਿਆ ਗਿਆ ਜੀ, ਹੋ ਗਿਆ ਟਰੱਕ। ਅਗਲੇ ਦਾ $1,00,000 ਦੇ ਵਿੱਚੋਂ 10 ਲੱਖ ਲਾ ਕੇ 90,000 ਸਿੱਧਾ ਅੰਦਰ, 65 ਲੱਖ ਸਿੱਧਾ ਅੰਦਰ। ਹੱਸਦਾ ਸੀ 3 ਕਰੋੜ ਦਾ। ਮੈਂ ਕਿਹਾ 3 ਕਰੋੜ ਕਮਾ ਸਕਦਾ ਸੀ ਇੱਕ ਗੇੜੀ ਲਾ ਕੇ, ਪਰ ਗੱਲ ਕੀਤੀ ਹੈ ਖੜਾਓ ਕਿੱਥੇ ਖਿਲਾਰਦੇ ਹੋ, ਬਿਠਾਓ ਕਿੱਥੇ ਬਿਠਾਉਂਦੇ ਹੋ, ਦੱਸੋ ਕਿਹੜੀ ਸੇਵਾ ਕਰ ਸਕਦਾ, ਕਿਸ ਤਰੀਕੇ ਨਾਲ ਕਰ ਸਕਦਾ। ਜਥੇਬੰਦੀ ਸਹਿਯੋਗ ਦੇ ਸਕਦੀ, ਪਰ ਕਿਵੇਂ? ਪਰ ਅਗਲਿਆਂ ਦੀ ਆਹ ਗੱਲ ਸੁਣ ਕੇ ਵੀ ਸਾਨੂੰ ਪੈਸਾ ਨਹੀਂ, ਸਿੱਧਾ ਮਨਾ ਕਰੋ ਸੰਗਤ ਨੂੰ, ਨਾ ਕਰੋ। ਤੇ ਮੈਂ ਵਾਪਸ ਫੋਨ ਕਰਕੇ ਕਿਹਾ, ਮੈਂ ਕਿਹਾ ਜੀ ਪ੍ਰੀਤਮ ਸਿੰਘ ਗਰੇਵਾਲ ਜੀ, ਅਗਲੇ ਤੇ ਇਦਾਂ ਕਹਿੰਦੇ ਆ, ਕਹਿੰਦੇ ਜੀ ਇੱਥੇ ਪਿਆ, ਜਿੱਦੇ ਚਾਹੋਗੇ, ਜਿੱਥੇ ਚਾਹਣਗੇ ਲਾ ਲੈਣ। ਹੁਣ ਗੱਲ ਜਿਹੜੀ ਕਹਿਣੀ ਚਾਹੁੰਦਾ ਭਰਾਵੋ,
ਜਜ਼ਬਾਤੀ ਨਹੀਂ ਹੋਈਦਾ, ਸੋਚੀਦਾ। ਹੈਰਾਨ ਹੋ ਗਿਆ ਮੈਂ ਸਰਦਾਰ ਦਲਜੀਤ ਸਿੰਘ ਅੰਡਿਆਨਾ ਤੋਂ ਨੇ, ਉਹਨਾਂ ਨੇ ਇੱਕ ਪੋਸਟ ਪਾਈ, ਢੱਡਰੀਆਂ ਵਾਲਾ ਮੋਕ ਮਾਰ ਗਿਆ, ਬਾਕੀ ਸਾਰੇ ਪਹੁੰਚ ਗਏ। ਪਿਛਲੇ 20-25 ਸਾਲ ਤੋਂ ਬੰਦੇ ਮਿਹਨਤ ਕਰ ਰਹੇ ਆ। ਜਿਸ ਵੇਲੇ ਮੈਂ ਬਾਬਾ ਸੀ ਮੇਰਾ ਵਿਰੋਧ ਕਰਦੇ ਸੀ। ਇੰਨੀ ਮਿਹਨਤ ਕੀਤੀ ਹੈ, ਗਰੁੱਪ ਬਣਾਏ ਹੈ, ਸੰਤਾਂ ਬਾਬਿਆਂ ਪਖੰਡੀਆਂ ਦੀਆਂ ਪੋਲਾਂ ਖੋਲੀਆਂ, ਜੋ ਗੱਪਾਂ ਮਾਰਦੇ ਨੇ ਸਾਹਮਣੇ ਲਿਆ ਕੇ ਰੱਖੇ ਹੈ। ਹਾਰਡ ਵਰਕ ਕੀਤਾ ਇੰਨੇ ਸਾਲ, ਤੇ ਅੱਜ ਉਹ ਕਹਿੰਦੇ ਐ ਕਿ ਢੱਡਰੀਆਂ ਵਾਲਾ ਅੰਦਰ ਵੜ ਗਿਆ, ਇਹਦੇ ਤੋਂ ਬੜੀਆਂ ਉਮੀਦਾਂ ਸੀ, ਜਮਾਂ ਹੀ ਪਾਣੀ 'ਚ ਬਹਿ ਗਿਆ, ਮੋਕ ਮਾਰ ਗਿਆ। ਠੀਕ ਹੈ ਜੀ ਦਲਜੀਤ ਸਿੰਘ ਅੰਡਿਆਨਾ ਜੀ, ਮੈਨੂੰ ਇਹ ਦੱਸੋ ਜਿਹੜੇ ਗਏ ਐ ਉਹ ਤੇ ਫਿਰ ਬਹੁਤ ਬਹਾਦਰ ਹੋ ਗਏ, ਸੂਰਮੇ ਹੋ ਗਏ। ਫਿਰ ਤੇ ਬਾਬਾ ਮਾਨ ਸਿੰਘ ਵਰਗੇ ਜਿੰਨੇ ਬਾਬੇ ਜਿੰਨੇ ਸਾਧ ਨੇ ਸਾਰੇ ਬੜੇ ਮਹਾਨ ਨੇ। ਫਿਰ ਤੇ ਹੁਣ ਬੰਦ ਕਰੋ ਖੋਤੀ ਸੰਤਾਂ ਦਾ ਕੌਤਕ ਗਰੁੱਪ। ਹੁਣ ਤੇ ਤੁਸੀਂ ਤੇ ਇੰਨੇ ਮਿਹਨਤ ਕੀਤੀ ਹੈ ਯਾਰ। ਪਰ ਇਸ ਮਸਲੇ ਦੇ ਵਿੱਚ ਸਾਰੇ ਸਿਰਾਂ ਤੇ ਨਹੀਂ ਬਹਿਣਗੇ। ਨੋਟ ਕਰਿਓ ਵੀਰ ਜੀ, ਧਿਆਨ ਨਾਲ ਮੇਰੀ ਗੱਲ ਸਮਝਿਓ। ਵਰਿੰਦਰ ਸਿੰਘ ਗੋਲਡੀ ਨੇ ਕਿਹਾ ਹੁਣ ਨੋਟ ਕਰ ਲਓ ਸਿੱਖੋ, ਕਿਹੜਾ ਕਿਹੜਾ ਇਸ ਮਸਲੇ 'ਚ ਗਿਆ, ਕਿਹੜਾ ਕਿਹੜਾ ਨਹੀਂ ਗਿਆ, ਨੋਟ ਕਰ ਲਓ। ਫਿਰ ਨੋਟ ਕਰ ਲੈਣਾ ਸਾਰਿਆਂ ਨੇ। ਫਿਰ ਬਾਬੇ ਸਭ ਤੋਂ ਅੱਗੇ ਨੇ, ਸਾਧ ਸਭ ਤੋਂ ਅੱਗੇ ਨੇ। ਜਿੱਦਣ ਉਹਨਾਂ ਨੂੰ ਪਤਾ ਲੱਗਿਆ ਵੀ ਉੱਥੇ ਲੋੜ ਹੈ ਕਿਸਾਨਾਂ ਨੂੰ ਆਪਣੇ ਹੱਕ 'ਚ ਨਹੀਂ ਭੁਗਤਾਉਣਾ। ਮੈਂ ਪਿਛਲੇ ਦਿਨੀ ਬਾਹਰ ਗਿਆ, ਉੱਥੇ ਇੱਕ ਮਹਾਂਪੁਰਖਾਂ ਦੇ ਸੰਗੀ ਗੱਲ ਪਤਾ ਕੀ ਕਰਨ, ਕਹਿੰਦੇ ਬਾਬਾ ਜੀ ਨੂੰ ਬੇਨਤੀ ਕੀਤੀ, ਮਹਾਰਾਜ 75,000 ਪੀਪਾ ਘਿਓ ਦਾ ਪੰਜਾਬ ਦੇ ਕਿਸਾਨਾਂ ਨੇ ਦੇਣਾ ਹੈ। ਜੇ ਤੁਸੀਂ ਧਰਨਾ ਨਾ ਲਾਇਆ, ਉੱਥੇ ਜਾ ਕੇ ਲੰਗਰ ਨਾ ਲਾਇਆ, 75,000 ਪੀਪਾ ਆਉਣਾ ਕਿੱਦਾਂ ਹੈ? ਭਰਾਵੋ ਜਿਹੜੇ ਸਾਡੇ ਵਰਗੇ ਬੰਦੇ ਹੁੰਦੇ ਆ ਨਾ, ਸਾਡੇ ਵਰਗੇ, ਇਹਨਾਂ ਨੇ 2 ਰੋਟੀਆਂ ਇਦਾਂ ਪੇੜੇ ਬਣਾ ਕੇ ਖਵਾ ਤੇ ਦੇਣੀਆਂ, ਮੁੜ ਕੇ ਉਹ 2-2 ਬੋਰੀਆਂ ਲੈ ਕੇ 20 ਸਾਲ ਤੇਰੇ ਘਰੇ ਜਾਣਗੇ। ਰੋਟੀ ਨਹੀਂ ਸੀ ਖਵਾਈ ਤੈਨੂੰ, ਪ੍ਰਸ਼ਾਦਾ ਨਹੀਂ ਸੀ ਛਕਾਇਆ ਤੈਨੂੰ, ਸੇਵਾ ਨਹੀਂ ਸੀ ਕੀਤੀ, ਸਾਰੇ ਹੀ ਸਿਰਾਂ ਤੇ ਫੇਰ ਬਿਠਾ ਲੈ। ਜਿਹੜਾ ਨਹੀਂ ਗਿਆ ਉਹ ਗਦਾਰ, ਜਿਹੜਾ ਗਿਆ ਉਹ ਵਫਾਦਾਰ। ਬਸ ਫਿਰ ਇਹ ਤੇ ਸਾਰੇ ਹਤੈਸ਼ੀ ਨੇ, ਅਸਲੀ ਤੇ ਉਹ ਨੇ। ਪਰ ਕਦੇ ਇਹ ਸੋਚਿਆ, ਹਿੱਸਿਆਂ 'ਚ ਨਹੀਂ ਸੋਚੀਦਾ ਭਰਾਵੋ। ਇੰਨੇ ਸਾਲਾਂ ਤੋਂ ਜ਼ੋਰ ਲਾ ਰਿਹਾ ਕਿ ਕਦੇ ਵੀ ਕਿਸੇ ਸੰਦਰਭ ਨੂੰ ਪੂਰੇ ਨੂੰ ਵੇਖੀਦਾ, ਸਮੁੱਚਤਾ ਵਿੱਚ ਸੋਚੀਦਾ, ਹਿੱਸਿਆਂ 'ਚ ਨਹੀਂ ਸੋਚੀਦਾ। ਪਾਰਟ ਨਹੀਂ ਵੇਖੀਦੇ, ਪੂਰਾ ਵੇਖੀਦਾ। ਜੇ ਹਿੱਸਾ ਵੇਖੋਗੇ ਤੁਹਾਨੂੰ ਲੱਗਣਾ ਹੈ ਗੰਗੂ ਸੱਚ ਬੋਲਦਾ ਹੈ, ਜਦੋਂ ਪੂਰਾ ਵੇਖੋਗੇ ਲੱਖ ਲਾਹਨ ਤੋਂ ਗੰਗੂ ਤੇਰੇ ਇਹੋ ਜਿਹੇ ਸੱਚ ਦੇ। ਮੇਰੇ ਘਰੇ ਨੇ ਸਾਹਿਬਜ਼ਾਦੇ। ਜਦੋਂ ਹਿੱਸਿਆਂ 'ਚ ਸੋਚੋਗੇ ਤੁਹਾਨੂੰ ਲੱਗਣਾ ਹੈ ਉੱਚ ਦੇ ਪੀਰ ਬਣੇ, ਉਹ ਉੱਥੇ ਸਿੰਘਾਂ ਨੇ ਜੀ ਝੂਠ ਬੋਲ ਦਿੱਤਾ ਵੀ ਇਹ ਤੇ ਉੱਚ ਦੇ ਪੀਰ ਨੇ, ਹੈ ਗੁਰੂ ਗੋਬਿੰਦ ਸਿੰਘ। ਪਰ ਜਦੋਂ ਸਮੁੱਚਤਾ 'ਚ ਸੋਚੋਗੇ ਤੁਹਾਨੂੰ ਲੱਗਣਾ ਉਹ ਸਿੰਘੋ ਕਲਗੀਆਂ ਵਾਲੇ ਨੂੰ ਬਾਹਰ ਲੈ ਗਏ ਨਾ ਕੱਢ ਕੇ। ਤੁਹਾਡਾ ਝੂਠ ਵੀ ਸੱਚ ਤੋਂ ਵੀ ਪਿਆਰਾ। ਤੁਹਾਡੀ ਭਾਵਨਾ ਕੀ ਹੈ? ਭਾਵਨਾ ਵੇਖੀ ਦੀ, ਭਾਵਨਾ ਮਗਰ ਭਾਵਨਾ ਕੀ ਹੈ? ਕਿੱਦਾਂ ਕਿਤੇ ਮੈਂ ਸੋਚਦਾ ਮੈਂ ਕਮਲਾ ਹੋ ਗਿਆ ਸ਼ਾਇਦ। ਮੈਂ ਕਿਉਂ ਨਹੀਂ 3 ਕਰੋੜ ਰੁਪਈਆ ਕਮਾ ਸਕਦਾ ਸੀ? ਇੱਕ 10 ਲੱਖ ਦਾ ਟਰੱਕ ਭਰ ਕੇ ਲੈ ਜਾਂਦਾ ਤੇ ਬੱਲੇ ਬੱਲੇ ਸੀ, ਮੇਰੀ ਮੌਜਾਂ ਹੀ ਮੌਜਾਂ ਸੀ ਭਾਈ। ਪਰ ਮੈਨੂੰ ਪਤਾ ਆ ਜਿਹੜੇ ਆਗੂ ਅੱਗੇ ਲੱਗੇ ਐ, ਇੱਕ ਸਟੇਟਮੈਂਟ ਦੇ ਕੇ ਅਗਲੇ ਦਿਨ ਮੈਂ ਮਾਫੀ ਮੰਗਾ, ਅਗਲੇ ਦਿਨ ਕਹਾਂ ਨਹੀਂ ਜੀ ਮੇਰੇ ਤੋਂ ਗਲਤੀ ਹੋ ਗਈ। ਨਹੀਂ, ਉਹ ਸਟੇਟਮੈਂਟ ਕੀ ਦੇਣੀ ਹੈ, ਕਿੰਨੀ ਦੇਣੀ ਹੈ, ਆਗੂਆਂ ਨੂੰ ਪਤਾ ਹੈ। ਨਾਲ ਖੜੇ ਆ ਇਹਦਾ ਮਤਲਬ ਹੁੰਦਾ ਹੈ ਮੈਂ ਖੜਾ ਨਾਲ, ਜਿੱਥੇ ਖੜਾਓ ਮੈਂ ਖੜਾ। ਮੈਂ ਅੱਜ ਵੀ ਕਹਿਣਾ ਰਾਜੇਵਾਲ ਹੋਣਾ ਨੂੰ, ਜੋਗਿੰਦਰ ਸਿੰਘ ਹੋਣਾ ਨੂੰ ਫੋਨ ਵੀ ਕੀਤਾ ਹੈ, ਅੱਜ ਵੀ ਕਹਿਣਾ ਸਾਡੇ ਬੰਦੇ ਵੀ ਤਿਆਰ ਬੈਠੇ ਹੈ। 80 ਲੱਖ ਰੁਪਈਆ ਲੈ ਕੇ ਵੀ ਬੈਠਾ। ਹੋਰ ਵੀ ਕਹੋਗੇ ਲੱਖ ਕਰੋੜ, 1.5 ਕਰੋੜ, 2 ਕਰੋੜ, 3 ਕਰੋੜ, ਉਹ ਬੰਦੇ ਐ ਵਿਛਾ ਦੇਣਗੇ। ਜਜ਼ਬਾਤੀ ਹੋਏ ਐ, ਇਮੋਸ਼ਨਲੀ ਨੇ, ਦਰਦ ਰੱਖਦੇ ਨੇ ਪੰਜਾਬ ਦਾ, ਕਿਸਾਨਾਂ ਦਾ। ਜਿੱਥੇ ਕਹੋਗੇ ਲਾ ਦੇਣਗੇ, ਪਰ ਉੱਥੇ ਲਾਉਣਗੇ ਜਿੱਥੇ ਕਹੋਗੇ। ਐਦਾਂ ਹੀ ਨਹੀਂ ਮਰਜ਼ੀ ਨਾਲ ਕਿ ਕਰੋੜਾਂ ਰੁਪਈਆ ਇਕੱਠਾ ਕਰ ਲਈਏ, ਚਾਹੀਏ ਤੇ ਕਰ ਲਈਏ, 10 ਲੱਖ ਲਾਈਏ, ਬਾਕੀ ਜੇਬਾਂ 'ਚ ਪਾ ਲਈਏ। ਉਹ ਸਾਡੇ ਵਾਸਤੇ ਨਹੀਂ ਦੇ ਰਹੇ, ਉਹ ਕਿਸਾਨਾਂ ਦਾ ਦਰਦ ਰੱਖਦੇ ਆ। ਸਾਡੇ ਵਰਗੇ ਬੰਦੇ ਤੇ ਭਾਲਦੇ ਆ ਇਦਾਂ ਦਾ ਮੁੱਦਾ। ਇੱਥੇ ਨਾ ਸੁਰਿੰਦਰ ਸਿੰਘ ਠੀਕਰੀਵਾਲ ਇੱਕ ਬੰਦਾ ਹੈ, ਜੇਲ੍ਹ ਵੀ ਗਿਆ, ਬੜਾ ਅਗਰਾਈਆਂ ਵੀ ਬੜੀਆਂ, ਜਿੱਥੇ ਕੋਈ ਰੌਲਾ ਪਾਉਂਦਾ ਫੱਟ ਪਹੁੰਚ ਜਾਂਦਾ। ਕੱਲ ਇੰਨਾ ਹੀ ਕਿਹਾ ਸੀ ਕਿ
ਇਹ ਲੜਾਈ ਜਿਹੜੀ ਹੈ ਕਿਸਾਨ ਮੋਰਚੇ ਦੇ ਝੰਡੇ ਥੱਲੇ ਲੜ ਲਈਏ। ਕਿਸੇ ਦਾ ਕੇਸਰੀ ਨਿਸ਼ਾਨ ਹੈ, ਕਿਸੇ ਦਾ ਦਾਤੀ ਥੋੜਾ ਹੈ ਕਾਮਰੇਡਾਂ ਦਾ, ਕਿਸੇ ਦਾ ਹਰਾ ਝੰਡਾ ਹੋ ਸਕਦਾ ਹੈ, ਮੁਸਲਮਾਨਾਂ ਦਾ, ਹਿੰਦੂਆਂ ਦਾ ਆਪਣਾ ਝੰਡਾ ਲਾਲ। ਆਪਾਂ ਇਹ ਕੀ ਕਰੀਏ ਕਿ ਇੱਥੇ ਕਿਸਾਨਾਂ ਦੇ ਝੰਡੇ ਹੇਠ ਲੜਾਈ ਲੜ ਲਈਏ, ਸਾਰੇ ਵਰਗਾਂ ਦੇ ਲੋਕ ਉਹਨਾਂ ਦਾ ਸਹਿਯੋਗ ਦੇ ਦੇਣ। ਇੰਨੀ ਗੱਲ ਬਲਵੀਰ ਸਿੰਘ ਰਾਜੇਵਾਲ ਨੇ ਕਹੀ, ਚਲੋ ਰੌਲਾ ਪੈ ਗਿਆ ਜੀ, ਇਹਨੇ ਨਿਸ਼ਾਨ ਸਾਹਿਬ ਬਾਰੇ ਬੋਲਤਾ, ਨਿਸ਼ਾਨ ਸਾਹਿਬ ਲਾਓ। ਇਦਾਂ ਮਸਲਾ ਨਹੀਂ ਸੀ, ਪਰ ਚਲੋ ਗੱਲ ਘੁਮਾਤੀ। ਉਹਨੇ ਸਵੇਰੇ ਮਾਫੀ ਵੀ ਮੰਗ ਲਈ, ਪਰ ਸੁਰਿੰਦਰ ਸਿੰਘ ਪੋਸਟ ਪਾ ਕੇ ਕਹਿੰਦਾ ਹੈ ਕਿ ਮੈਂ ਆਹ ਵੇਖੋ 4 ਨਿਸ਼ਾਨ ਸਾਹਿਬ ਲਾ ਲਏ, ਕਿਹੜਾ ਲਾ ਦੂਗਾ ਇੱਥੋਂ, ਆਹ ਲਾ ਲਏ ਮੈਂ 4 ਗੱਡੀ ਤੇ ਨਾਲ ਉਹਨੇ ਕਹਿਤਾ, ਇਹ ਸੁਣ ਲਿਓ ਜਿਹੜੇ ਨਿਸ਼ਾਨ ਸਾਹਿਬ ਨਾਲ ਪਿਆਰ ਕਰਨ ਵਾਲੇ ਐ, ਤੁਹਾਨੂੰ ਵੀ ਲੁੱਟਣਾ ਕਿੱਦਾਂ ਇਹਨਾਂ ਨੇ। ਜਜ਼ਬਾਤੀ ਪੀਲੇ ਰੰਗ ਦਾ ਅਸੀਂ ਕਲਗੀਆਂ ਵਾਲੇ ਨਾਲ ਜੋੜ ਕੇ ਵੇਖਦੇ ਆ ਨਾ, ਉਹਨਾਂ ਨੇ ਇਹ ਪਤਾ ਵੀ ਕਲਗੀਆਂ ਵਾਲੇ ਨੂੰ ਪਿਆਰ ਕਰਦੇ ਐ, ਇਹਦਾ ਮਤਲਬ ਨਿਸ਼ਾਨ ਸਾਹਿਬ ਨਾਲ ਵੀ ਪਿਆਰ ਕਰਦੇ ਐ। ਤੇ ਨਾਲ ਹੀ ਉਹਨੇ ਪਾਤਾ, ਕਹਿੰਦਾ ਜੀ ਨਿਸ਼ਾਨ ਸਾਹਿਬ ਕੱਲ ਨੂੰ ਮੈਂ 100 ਨਿਸ਼ਾਨ ਸਾਹਿਬ ਦੇਣਾ ਹੈ, ਆਪਣੇ ਵੱਲੋਂ ਫ੍ਰੀ ਵੰਡਿਆ ਜਾਊਗਾ, ਤੇ ਜੇ ਕੋਈ ਹੋਰ ਵੀ ਨਿਸ਼ਾਨ ਸਾਹਿਬ 500 ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਚਾਹੁੰਦਾ, ਆ ਮੇਰਾ WhatsApp ਨੰਬਰ ਹੈ। ਹੁਣ ਹਿਸਾਬ ਲੈਣ ਆਏਗਾ ਕੋਈ? ਹੁਣ ਜਜ਼ਬਾਤੀ ਹੋਏ ਬੰਦੇ ਨੇ, ਕਿਸੇ ਨੇ ਲੱਖ ਪਾਤਾ, 2 ਲੱਖ ਪਾਤਾ, 5 ਲੱਖ ਪਾਤਾ, ਸੁਰਿੰਦਰ ਸਿੰਘ ਵਰਗੇ ਤੋਂ ਕੋਈ ਹਿਸਾਬ ਲੈਣ ਆਏਗਾ ਕਿ ਹਾਂ ਸੁਰਿੰਦਰ ਸਿੰਘ ਨਿਸ਼ਾਨ ਸਾਹਿਬ ਵੰਡੇ ਹੈ ਕਿ ਨਹੀਂ ਵੰਡੇ? ਸਾਡੇ ਵਰਗਿਆਂ ਤੋਂ ਕਿਸੇ ਨੇ ਪੁੱਛਣਾ ਵੀ ਢੱਡਰੀਆਂ ਵਾਲਿਆ $1,00,000 ਭੇਜਿਆ ਸੀ, ਕਿੱਧਰ ਗਿਆ? ਇੱਕ ਪੰਜੀ ਵਿਖਾ ਦਿਓ ਭਰਾਵੋ, ਜਿੱਦੇ ਦੇ ਸਾਧ ਆਪਣੇ ਨਾਂ ਨਾਲੋਂ ਲਵਾਇਆ, ਸੰਤ ਲਵਾਇਆ, ਉਹਦੇ ਦਾ ਸਾਧ ਪੁਣਾ ਵੀ ਛੱਡਿਆ। ਲੋਕਾਂ ਤੋਂ ਪੈਸਾ ਇਕੱਠਾ ਕਰਕੇ ਆਪਣੇ ਨੰਬਰ ਨਹੀਂ ਬਣਾਉਂਦਾ, ਲੋਕਾਂ ਦਾ ਪੈਸਾ ਹੈ ਸਿੱਧਾ ਜਾਵੇ, ਜਿਹਨੂੰ ਲੋੜ ਹੈ ਸਹੀ ਜਾਵੇ। ਆਪਣੇ ਨੰਬਰ ਬਣਾਣੇ ਛੱਡਦੇ ਆ ਜੀ ਹੁਣ, ਪਹਿਲਾਂ ਬਥੇਰਾ ਕੁਝ ਕੀਤਾ, ਪਰ ਪਤਾ ਹੈ ਵੀ ਜਿਹਦਾ ਪੈਸਾ ਹੈ ਅਗਲਾ ਸਿੱਧਾ ਨਹੀਂ ਲਾ ਸਕਦਾ। ਕਿਸਾਨ ਆਗੂ ਹੈ, ਜਿਹੜੀ ਚੀਜ਼ ਦੀ ਕਹਿਣਗੇ ਵੀ ਇਸ ਚੀਜ਼ ਦੀ ਡਿਊਟੀ ਲਾਓ, ਵੀ ਆਹ ਕੰਮ ਹੈ, ਅਸੀਂ ਡਿਊਟੀ ਕਰਨ ਵਾਲੇ ਆ, ਚੁੱਪ ਕਰਕੇ ਪਿੱਛੇ, ਨਾ ਕਿ ਸਟੇਟਮੈਂਟਾਂ ਦੇਣ ਵਾਲੇ, ਨਾ ਕਿ ਮਾਈਕਾਂ 'ਚ ਬੋਲਣ ਵਾਲੇ। ਜਿਨ੍ਹਾਂ ਦਾ ਮੋਰਚਾ ਹੈ ਨਾਲ ਤੁਰੋ, ਸਹਿਯੋਗ ਦਿਓ, ਬਿਨਾਂ ਸ਼ਰਤ ਸਹਿਯੋਗ ਦਿੰਦੇ। ਪਰ ਹੁਣ ਤੁਸੀਂ ਇਹ ਨੋਟ ਕਰਕੇ ਵੇਖਿਓ ਇਹਨਾਂ ਬੰਦਿਆਂ ਦੇ ਹਾਲਾਤ। ਰੌਲਾ ਕਿਸਾਨਾਂ ਦੇ ਆਗੂਆਂ ਨੇ ਨਹੀਂ ਪਾਉਣਾ, ਸਾਡੇ ਵਰਗੇ ਜਿਹੜੇ ਮਾਫ ਕਰਨਾ, ਜਿਨ੍ਹਾਂ ਨੇ ਮੰਗਣਾ ਹੀ ਮੰਗਣਾ, ਮੰਗਣਾ ਹੀ ਮੰਗਣਾ, ਜਿਹੜੇ ਦਾਅ ਤੇ ਫਿਰਦੇ ਆ, ਰੌਲਾ ਇਹਨਾਂ ਲੋਕਾਂ ਨੇ ਪਾਉਣਾ। ਇਹ ਅੱਜ ਉਹ ਜਿਹੜੇ ਆਗੂ ਅੱਗੇ ਲੱਗੇ ਆ, ਜਾਂ ਤੇ ਰੱਦ ਕਰ ਦਿੰਦੇ ਕਾਨੂੰਨ, ਰੱਦ, ਜੇ ਅਗਲੇ ਆਕੜ ਕਰਦੇ ਐ, ਨਹੀਂ ਰੱਦ ਕਰਦੇ, ਆਪਣੀ ਸੂਝ ਬੂਝ ਅਕਲ ਸਮਝ ਦੇ ਨਾਲ ਰੱਦੀ ਕਰ ਦਿੰਦੇ। ਰੱਦੀ ਵੀ ਹੋ ਗਏ ਤੇ ਕੋਈ ਜਾਨ ਨਹੀਂ ਰਹੀ ਉਹਨਾਂ ਦੇ ਵਿੱਚ। ਅਗਲਿਆਂ ਨੂੰ ਵੀ ਹੋ ਗਿਆ ਵੀ ਅਸੀਂ ਰੱਖ ਲਏ, ਤੇ ਸਾਡੇ ਵਾਲਿਆਂ ਨੂੰ ਵੀ ਹੋ ਗਿਆ ਵੀ ਅਸੀਂ ਵਾਪਸ ਕਰਾ ਲਏ। ਪਰ ਜੇ ਇਦਾਂ ਦਾ ਫੈਸਲਾ ਕਿਸਾਨ ਆਗੂ ਲੈ ਲੈਣ, ਆ ਜਿਹੜੇ ਪਿੱਛੇ ਲੱਗੇ ਸਾਡੇ ਵਾਲਿਆਂ ਨੇ ਲੈਣ ਹੀ ਨਹੀਂ ਦੇਣਾ। ਰੱਦ ਤੇ ਰੱਦੀ ਦੀ ਗੱਲ ਕਰਕੇ ਵੇਖੋ। पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।